ਪੰਜਾਬੀ ਕਾ ਅਕੈਡਮੀ ਤੇ ਕੀਮਤੀ ਗੱਲਾਂ ਵੱਲੋਂ ਸਾਰੇ ਸੁਣਨ ਵਾਲੇ ਸੱਜਣਾ ਮਿੱਤਰਾਂ ਨੂੰ ਜੀ ਆਇਆਂ ਨੂੰ ਆਖਦੇ। ਕੱਲ ਕੋਈ ਤਕਨੀਕੀ ਖਰਾਬੀ ਦੀ ਵਜ੍ਹਾ ਤੋਂ ਇਹ ਪ੍ਰੋਗਰਾਮ ਸਾਨੂੰ ਅੱਜ ਤੇ ਲਿਆਉਣਾ ਪਿਆ, ਲੇਕਿਨ ਸ਼ਾਇਦ ਮਾਲਕ ਜੋ ਕਰਦਾ ਉਹ ਚੰਗੇ ਲਈ ਹੁੰਦਾ। ਤੇ ਸਭ ਤੋਂ ਜ਼ਿਆਦਾ ਧੰਨਵਾਦ ਸੁਣਨ ਵਾਲਿਆਂ ਦਾ, ਉਸ ਤੋਂ ਵੀ ਚੋਖਾ ਸਾਡੇ ਚੇਚੇ ਪ੍ਰਾਹੁਣੇ ਗੁਰਵਿੰਦਰ ਬਰਾੜ ਹੋਣਾ ਦਾ, ਜਿਨ੍ਹਾਂ ਨੇ ਸਾਨੂੰ ਦੂਜੀ ਵਾਰੀ ਟਾਈਮ ਦਿੱਤਾ ਇੰਨੇ ਮਸਰੂਫ ਹੋਣ ਦੇ ਬਾਵਜੂਦ। ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਚੜ੍ਹਦੇ ਪੰਜਾਬ ਦੇ ਚੜ੍ਹਦੇ ਗਾਇਕ ਨਾਲ ਤੁਹਾਨੂੰ ਮਿਲਾਉਣ ਜਾ ਰਿਹਾ, ਉਹਦੇ ਤੇ ਮੈਨੂੰ ਆਪ ਵੀ ਬੜਾ ਮਾਣ ਹੈ। ਔਰ ਜਦੋਂ ਤੁਸੀਂ ਸੁਣੋਗੇ ਤੇ ਤੁਹਾਨੂੰ ਵੀ ਓਨਾ ਹੀ ਮਾਣ ਹੋਏਗਾ, ਕਿਉਂਕਿ ਇਹਨਾਂ ਨੇ ਮਾਂ ਬੋਲੀ ਦੇ ਲਈ ਉਹ ਕੁਝ ਕੀਤਾ ਹੈ ਜਿਹੜਾ ਸ਼ਾਇਦ ਮੈਂ ਔਰ ਮੇਰੇ ਜੇ ਕਈ ਹੋਰ ਬੰਦੇ ਪੂਰੀ ਜ਼ਿੰਦਗੀ ਵੀ ਨਹੀਂ ਕਰ ਸਕੇ। ਇਹਨਾਂ ਨੇ ਐਸੇ ਗੀਤ ਲਿਖੇ ਔਰ ਉਹ ਵੱਖਰੀ ਕਿਸਮ ਦੇ ਗੀਤ, ਉਹ ਪੰਜਾਬ ਦੀ ਆਵਾਜ਼ ਚੁੱਕਣ ਵਾਲੇ ਗੀਤ, ਪੰਜਾਬ ਦੀ ਵਕਾਲਤ ਕਰਨ ਵਾਲੇ ਗੀਤ, ਔਰ ਪੰਜਾਬ ਦਾ ਜਿਨ੍ਹਾਂ ਨੇ ਨਹੀਂ ਵੇਖਿਆ ਪੰਜਾਬ, ਉਹਨਾਂ ਨੂੰ ਸ਼ਬਦਾਂ ਰਾਹੀਂ ਪੂਰੀ ਫਿਲਮ ਵਿਖਾ ਦੇਣ ਵਾਲੇ ਗੀਤ ਗੁਰਵਿੰਦਰ ਬਰਾੜ ਨੇ ਲਿਖੇ ਨੇ। ਤੇ ਅਸੀਂ ਅੱਜ ਤੁਹਾਨੂੰ ਇਹਨਾਂ ਨਾਲ ਮਿਲਾਉਣ ਜਾ ਰਹੇ ਹਾਂ। ਤੇ ਮੈਂ ਗੁਰਵਿੰਦਰਾਂ ਨੂੰ ਜੀ ਆਇਆਂ ਨੂੰ ਆਖਣਾ ਕਿ ਸਾਡੇ ਇਸ ਪ੍ਰੋਗਰਾਮ ਲਈ ਉਹਨਾਂ ਨੇ ਟਾਈਮ ਕੱਢਿਆ। ਤੇ ਮੈਂ ਤੁਹਾਨੂੰ ਸਭ ਸੱਜਣਾ ਨਾਲ ਗੱਲ ਕਰਾਂਗਾ ਕਿ ਅੱਜ ਇਹਨਾਂ ਨੇ ਇੱਕ ਹੋਰ ਵੀ ਮਿਹਰ ਕੀਤੀ ਸਾਡੇ ਤੇ, ਕਿ ਇਹਨਾਂ ਨਾਲ ਨਾਲ ਤੁਹਾਨੂੰ ਜਿਹੜੇ ਆਪਣੇ ਗੀਤ ਜਿਹੜੇ ਤੁਹਾਡੇ ਦਿਲਾਂ 'ਚ ਵਸਦੇ ਨੇ, ਉਹ ਨਾਲ ਨਾਲ ਤੁਹਾਨੂੰ ਸੁਣਾਉਣ ਦਾ ਵੀ ਪ੍ਰਬੰਧ ਕੀਤਾ ਹੈ। ਤੇ ਇਹ ਮੇਰੇ ਲਈ ਵੀ ਬੜੀ ਮਾਣਯੋਗ ਗੱਲ ਸੀ ਕਿ ਮੇਰੇ ਲਾਈਵ ਸ਼ੋਅ 'ਚ ਗੁਰਵਿੰਦਰ ਜੀ ਗਾਣ ਦੀ ਇੱਕ ਤਾਰੀਖ ਬਣੇ। ਆਉਣ ਵਾਲੇ ਵੇਲੇ 'ਚ ਜਦੋਂ ਆਉਣ ਵਾਲੀਆਂ ਨਸਲਾਂ ਗੁਰਵਿੰਦਰ ਬਰਾੜ ਨੂੰ ਯਾਦ ਕਰਨ ਤੇ ਇਹ ਵੀ ਚੇਤਾ ਕਰਨ ਕਿ ਇਹਨੇ ਪੰਜਾਬੀ ਕਾ ਅਕੈਡਮੀ ਤੇ ਕੀਮਤੀ ਗੱਲਾਂ 'ਚ ਲਾਈਵ ਵੀ ਗਾਇਆ ਸੀ। ਤੇ ਅੱਜ ਅਸੀਂ ਇਹਨਾਂ ਨੂੰ ਤੁਹਾਡੇ ਨਾਲ ਮਿਲਾਉਂਦਿਆਂ ਸਭ ਤੋਂ ਪਹਿਲਾਂ ਜਿਹੜਾ ਸਵਾਲ ਕਰਨਾ ਚਾਹਾਂਗੇ, ਉਹ ਮੇਰੇ ਜ਼ਿਹਨ 'ਚ ਬੜੀ ਦੇਰ ਤੋਂ ਸੀ ਕਿ ਇਹਨਾਂ ਨੇ ਇੱਕ ਵੱਖਰੀ ਕਿਸਮ ਦੀ ਗਾਇਕੀ, ਜਿਵੇਂ ਆਮ ਲੋਕ ਗਾਉਂਦੇ ਨੇ, ਜਿਹਦੇ ਸ਼ਾਇਦ ਮਕਸਦ ਨਾ ਵੀ ਹੋਵੇ, ਲੇਕਿਨ ਲੋਕ ਉੱਤੇ ਧਮਾਲ ਪਾਉਣ ਲੱਗ ਪਏ ਨੇ। ਇਹਨਾਂ ਨੇ ਬਾਬ ਮਕਸਦ ਸ਼ਾਇਰੀ ਕੀਤੀ ਔਰ ਸਿੰਗਰ ਹੋਣਾ ਤੇ ਉਹ ਵੀ ਫੋਕ ਸਿੰਗਰ, ਬੜਾ ਮਾਣਯੋਗ। ਇਹਦੇ ਨਾਲ ਨਾਲ ਇਹਨਾਂ ਦਾ ਇੱਕ ਹੋਰ ਵੱਡਾ ਹੱਲ ਹੈ ਕਿ ਇਹ ਗੀਤਕਾਰ ਔਰ ਸ਼ਾਇਰ ਵੀ ਨੇ। ਜਿਹੜੇ ਗੀਤ ਤੁਹਾਨੂੰ ਇਹਨਾਂ ਦੇ ਚੰਗੇ ਲੱਗਦੇ ਨੇ, ਤੁਸੀਂ ਲੱਭਦੇ ਹੋ ਕਿ ਕਿਹਨੇ ਲਿਖਿਆ ਹੈ, ਤੇ ਤੁਹਾਡੀ ਇਹ ਖੇਚਲ ਵੀ ਇਹਨਾਂ ਮੁਕਾਤੀ ਹੈ ਕਿ ਪਿੱਛੇ ਸ਼ਾਇਰ ਨੇ ਲੱਭਣਾ ਪੈਣਾ, ਸ਼ਾਇਰ ਵੀ ਆਪ ਹੀ ਹੋਣਾ। ਤੇ ਅਸੀਂ ਗੁਰਵਿੰਦਰ ਨੂੰ ਪੁੱਛਾਂਗੇ ਕਿ ਇਹਦੀ ਵੱਖਰੀ ਕਿਸਮ ਦੀ ਗਾਇਕੀ ਹੈ, ਇਹਦੀ ਲੱਗਣ ਤੁਹਾਨੂੰ, ਇਹਦੀ ਚੇਟਕ ਕਿਸ ਤਰ੍ਹਾਂ ਲੱਗੀ ਕਿ ਮੈਂ ਇੰਜ ਦੀ ਸ਼ਾਇਰੀ ਹੀ ਕਰਨੀ ਹੈ, ਇੰਜ ਦੀ ਗਾਇਕੀ ਕਰਨੀ ਹੈ? ਪਹਿਲਾਂ ਤਾਂ ਜੀ ਮੇਰੇ ਵੱਲੋਂ ਮਲਿਕ ਸਾਹਿਬ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਅਸਲਾਮ ਅਲੈਕਮ। ਔਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਸਾਰਿਆਂ ਦੇ ਰੂਬਰੂ ਕਰ ਰਹੇ ਹੋ ਤੇ ਬੜੇ ਖੂਬਸੂਰਤ ਤਰੀਕੇ ਨਾਲ ਕਰ ਰਹੇ ਹੋ। ਪੰਜਾਬੀ ਜ਼ੁਬਾਨ ਦੀ ਜਿਹੜੀ ਤੁਸੀਂ ਸੇਵਾ ਕਰ ਰਹੇ ਹੋ, ਉਹਦੇ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ। ਤੇ ਬਾਕੀ ਜਿੱਥੋਂ ਤੱਕ ਮੇਰੀ ਸ਼ਾਇਰੀ ਜਾਂ ਗਾਇਕੀ ਲਿਖਣ ਦਾ ਸਵਾਲ ਹੈ ਜੀ, ਮੈਂ ਸ਼ੁਰੂ ਦੇ ਵਿੱਚ ਮੇਰਾ ਬਚਪਨ ਤੋਂ ਹੀ ਮੇਰਾ ਇੱਧਰ ਦਿਲਚਸਪੀ ਸੀਗੀ, ਇੰਟਰਸਟ ਸੀਗਾ। ਮੈਂ ਸਕੂਲ ਟਾਈਮ ਥੋੜਾ ਬਹੁਤਾ ਮੈਨੂੰ ਲੱਗਦਾ ਹੁੰਦਾ, ਮੈਨੂੰ ਚੰਗੇ ਲੱਗਦੇ ਸੀ ਇਹ ਲੋਕ ਜਿਹੜੇ ਗੀਤ ਲਿਖਦੇ ਸੀ, ਗੀਤਕਾਰ। ਜਾਂ ਪੰਜਾਬ ਦੇ ਇੱਧਰ ਪਿੰਡਾਂ ਦੇ ਵਿੱਚ ਉਦੋਂ ਵਿਆਹਾਂ ਸ਼ਾਦੀਆਂ 'ਚ ਇੱਕ ਸਪੀਕਰ ਲੱਗਦਾ ਹੁੰਦਾ ਸੀਗਾ, ਜਿਹੜੇ ਰਿਕਾਰਡ ਆਉਂਦੇ ਸੀਗੇ ਤਵੇ। ਜੀ ਤਾਂ ਜਿੱਥੇ ਕੋਈ ਸੂਈ ਰੱਖ ਦਿੱਤੀ। ਹਾਂਜੀ। ਤੇ ਸਾਰੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਦੇ ਵਿੱਚ ਬੱਚੇ ਕਿਤੇ ਹੋਰ ਖੇਡਦੇ ਹੁੰਦੇ ਸੀ ਔਰ ਮੈਂ ਸਪੀਕਰ ਵਾਲੇ ਦੇ ਕੋਲ ਬੈਠਾ ਹੁੰਦਾ ਸੀਗਾ। ਇਹ ਪਰਮਾਤਮਾ ਰੱਬ ਵੱਲੋਂ ਅੰਦਰ ਹੁੰਦੀ ਨਾ ਲੱਗਣ ਦੀ, ਅੰਦਰ ਪਹਿਲੇ ਹੀ ਹੈ ਸੀ। ਹਾਂਜੀ। ਤਾਂ ਉਸ ਤੋਂ ਬਾਅਦ ਜੀ ਫਿਰ ਮੈਂ 10ਵੀਂ, ਪਿੰਡ ਤੋਂ, ਸਾਡਾ ਪਿੰਡ ਹੈ ਜੀ ਮੁਕਤਸਰ ਸਾਹਿਬ ਦੇ ਨਾਲ ਮਹਾਬੱਦਰ, ਮੈਂ ਗੀਤਾਂ 'ਚ ਵੀ ਉਹਨਾਂ ਦਾ ਨਾਮ ਪਾਉਣਾ ਹੁੰਦਾ। ਤੇ 10ਵੀਂ ਤੋਂ ਬਾਅਦ ਮੇਰੀ ਐਡਮਿਸ਼ਨ ਹੋ ਗਈ ਜੀ ਲੁਧਿਆਣਾ। ਮੈਂ ਆਪਣੀ ਅੱਗੇ ਪੜ੍ਹਾਈ BSc ਐਗਰੀਕਲਚਰ ਲਈ ਲੁਧਿਆਣੇ ਚਲਾ ਗਿਆ। ਤੇ ਸਾਡੇ ਉੱਥੇ ਇੱਕ ਕੋਰਸ ਹੁੰਦਾ ਸੀਗਾ ਜੀ, ਪੰਜਾਬੀ ਦਾ ਵੀ ਇੱਕ ਕੋਰਸ ਹੁੰਦਾ ਸੀ, ਸਬਜੈਕਟ ਪੰਜਾਬੀ ਦਾ। ਤਾਂ ਉੱਥੇ ਕੁਦਰਤੀ ਸਾਡੀ ਖੁਸ਼ਕਿਸਮਤੀ ਕਿ ਸਾਡੇ ਜਿਹੜੇ ਟੀਚਰ ਸੀ ਉਹ ਪੰਜਾਬੀ ਦੇ ਅਜ਼ੀਮ ਸ਼ਾਇਰ ਨੇ, ਸੁਰਜੀਤ ਪਾਤਰ ਸਾਹਿਬ ਤੋਂ ਸਾਨੂੰ ਪੰਜਾਬੀ ਦਾ ਉਹ ਸਬਜੈਕਟ ਪੜ੍ਹਨ ਦਾ ਬਹੁਤ ਮਹਾਨ ਸ਼ਾਇਰ ਜੀ, ਬਹੁਤ ਵਾਹ। ਹਾਂਜੀ। ਤੇ ਅਸੀਂ ਫਿਰ ਕਵਿਤਾਵਾਂ ਵਗੈਰਾ ਮੈਂ ਲਿਖ ਕੇ ਅਕਸਰ ਜਦੋਂ ਵਿਹਲੇ ਸਾਡੇ ਪੀਰੀਅਡਸ ਹੁੰਦੇ ਸੀਗੇ, ਵਿਹਲੀਆਂ ਕਲਾਸਿਸ ਹੁੰਦੀਆਂ, ਤੇ ਮੈਂ ਉਹਨਾਂ ਦੇ ਉਹ ਕੈਬਨ ਬਣਿਆ ਮੇਰੇ ਅਜੇ ਵੀ ਉਵੇਂ ਯਾਦ ਹੈ, ਕਾਲਜ ਆਫ ਐਗਰੀਕਲਚਰ ਦੇ ਵਿੱਚ। ਤੇ ਮੈਂ ਉਹਨਾਂ ਕੋਲ ਲੈ ਕੇ ਦਿਖਾ ਆਉਂਦਾ। ਤਾਂ ਫਿਰ ਉਹ ਜੋ ਕਰੈਕਸ਼ਨਸ ਹੁੰਦੀਆਂ ਸੀ, ਜੋ ਗਾਈਡਲਾਈਨਸ ਹੁੰਦੀਆਂ ਸੀ, ਉਹਨਾਂ ਤੋਂ ਸਟਾਰਟਿੰਗ ਸਿੱਖਦੇ ਰਹੇ। ਇਸ ਤਰ੍ਹਾਂ ਜਿਹੜੀ ਸ਼ੁਰੂਆਤ ਹੋਈ। ਪਹਿਲੀ ਜਾਣੀ ਮੇਰੀ ਜਿਹੜੀ ਕਵਿਤਾ ਸੀਗੀ, ਮੇਰੇ ਹੁਣ ਯਾਦ ਨਹੀਂ ਪ੍ਰੋਪਰ, ਯੂਨੀਵਰਸਿਟੀ ਮੈਗਜ਼ੀਨ ਦੇ ਵਿੱਚ। ਅੱਛਾ, ਯੂਨੀਵਰਸਿਟੀ ਮੈਗਜ਼ੀਨ ਛਪੀ? ਹਾਂਜੀ, ਪਹਿਲੀ ਵਾਰੀ ਚਾਹ ਨਹੀਂ ਹੁੰਦਾ ਮੇਰਾ ਨਾਮ ਆਵੇ ਥੱਲੇ ਲਿਖਿਆ। ਬਹੁਤ ਚਾਹ ਜੀ, ਉਹ ਰਾਤੀ ਨੀਂਦ ਨਹੀਂ ਆਉਂਦਾ ਕਿ ਸਵੇਰੇ ਮੈਗਜ਼ੀਨ ਆਉਣਾ ਤੇ ਸਵੇਰੇ ਹੀ ਸੌਵਾਂਗੇ ਵੇਖ ਕੇ। ਹਾਂਜੀ। ਸੋ ਪਹਿਲੀ ਕਵਿਤਾ। ਫਿਰ ਉਸ ਤੋਂ ਬਾਅਦ ਇੱਕ ਮੈਂ B.Ed ਕੀਤੀ ਜੀ ਮੁਕਤਸਰ ਸਾਹਿਬ ਤੋਂ, ਖਾਲਸਾ ਕਾਲਜ ਮੁਕਤਸਰ ਤੋਂ।
ਤਾਂ ਉਦੋਂ ਮੈਂ ਲਿਖਦਾ ਰਿਹਾ। ਇੱਕ ਸਾਡੇ ਗਿੱਦੜਬਾਹਾ ਕਸਬਾ ਗੁਰਦਾਸ ਮਾਨ ਸਾਹਿਬ ਦਾ ਜਿਹੜਾ ਪਿੰਡ ਹੈ ਜੀ, ਮਤਲਬ ਕਸਬਾ ਜੀ ਜੀ ਸ਼ਹਿਰ, ਜੀ ਸੁਣਿਆ ਜੀ। ਸਰਬਜੀਤ ਢੀਂਡਸਾ ਸੰਪਾਦਕ ਸੀ। ਫਿਰ ਮੈਂ ਗਾਣੇ ਉੱਥੇ ਛਪਾਉਣੇ ਸ਼ੁਰੂ ਕਰਤੇ ਜੀ। ਫਿਰ ਕਾਫੀ ਗੀਤ ਉਹਦੇ ਵਿੱਚ ਛਪੇ। ਫਿਰ ਨਾਲ ਪ੍ਰੋਗਰਾਮਾਂ ਦਾ ਸਿਲਸਿਲਾ, ਕਾਲਜ ਪ੍ਰੋਗਰਾਮਾਂ ਦਾ ਸ਼ੁਰੂ ਹੋਇਆ। ਫਿਰ ਮੈਂ ਸਟੇਜਾਂ ਤੇ ਮੈਨੂੰ ਥੋੜਾ ਬਹੁਤਾ ਰਿਸਪੌਂਸ ਅੱਛਾ ਮਿਲਣ ਲੱਗਿਆ ਤੇ ਮੈਨੂੰ ਲੱਗਿਆ ਕਿ ਇਸ ਫੀਲਡ ਦੇ ਵਿੱਚ ਆ ਜਾਣਾ ਚਾਹੀਦਾ। ਵਾਹ, ਅੱਛਾ ਸਰ, ਇਹ ਸੁਣਨ ਵਾਲਿਆਂ ਲਈ ਸ਼ਾਇਦ ਨਵੀਂ ਗੱਲ ਹੋਵੇ ਕਿ ਗੁਰਿੰਦਰ ਬਰਾੜਾ ਨੇ BSc ਐਗਰੀਕਲਚਰ ਕੀਤੀ, B.Ed ਕੀਤਾ। ਅੱਛਾ, ਫਿਰ ਕੁਝ ਸਮਾਂ ਇਹਨਾਂ ਨੇ ਪੜ੍ਹਾਇਆ ਵੀ ਬੱਚਿਆਂ ਨੂੰ। ਮਤਲਬ ਇਹਨਾਂ ਦੇ ਅੰਦਰ ਇੱਕ ਉਸਤਾਦ ਵੀ ਮੌਜੂਦ ਹੈ ਜਿਹਨੇ ਇਹਨਾਂ ਨੂੰ ਉਸਤਾਦ ਦੀ ਕਦਰ ਕਰਨੀ ਸਿਖਾ ਛੱਡੀ। ਕਿਉਂਕਿ ਮੈਂ ਦੇਖਿਆ ਕਿ ਆਪਣੇ ਉਸਤਾਦਾਂ ਦੀ ਫੋਟੋ ਵੀ ਇਹਨਾਂ ਦੀ ਪ੍ਰੋਫਾਈਲ ਤੇ ਆਪਣੀ ਥਾਂ ਤੇ ਆਪਣੇ ਉਸਤਾਦ ਦੀ ਲੱਗੀ ਹੋਈ ਹੈ। ਇਹ ਬੜਾ ਮਾਣਯੋਗ ਹੈ। ਇਸ ਦੌਰ 'ਚ ਲੋਕ ਉਸਤਾਦਾਂ ਨੂੰ ਉਹ ਸਨਮਾਨ ਨਹੀਂ ਦੇ ਰਹੇ ਜਿਹੜਾ ਬਣਦਾ ਹੈ। ਲੇਕਿਨ ਮੈਂ ਸਮਝਦਾ ਕਿ ਜਿੰਨੇ ਉਸਤਾਦ ਦੀ ਇੱਜ਼ਤ ਕੀਤੀ ਹੈ ਉਹਨੇ ਜੱਗ ਤੇ ਉਹਨੇ ਨਾਂ ਉਹਨੇ ਹੀ ਪਾਇਆ ਹੈ। ਤੇ ਇਹ ਤੁਸੀਂ ਇਹ ਜਿਸ ਤਰ੍ਹਾਂ ਆਪਣੇ ਉਸਤਾਦ ਹੋਰਾਂ ਤੋਂ ਸਿੱਖਿਆ, ਔਰ ਇਹਦੇ ਬਾਰੇ ਨਵੀਂ ਪੀੜ੍ਹੀ ਨੂੰ ਦੱਸੋ ਕਿ ਉਸਤਾਦ ਹੁੰਦਾ ਕੀ ਹੈ। ਬਾਜ ਮੁਰਸ਼ਦ ਨੇ ਕਾਮਲ ਬਾਹੂ, ਜਈ ਨੀਤੀ ਜਈ ਨਾ ਨੀਤੀ ਹੋ। ਹਾਂ ਜੀ, ਬਾਜ ਮੁਰਸ਼ਦਾਂ ਰਾਹ ਨਾ ਹੱਥ ਆਵੇ ਤੇ ਦੁੱਧ ਬਾਜ ਨਾ ਰਿਝਦੀ ਖੀਰ। ਵਾਹ ਵਾਹ ਵਾਹ, ਬਹੁਤ ਤੁਸੀਂ ਗੱਲ ਹੀ ਬੜੀ ਸੋਹਣੀ ਸ਼ੇਰ ਦੀ ਗੱਲ ਮੁਕਾਤੀ ਕਿ ਮੁਰਸ਼ਦਾਬਾਦ ਰਿਝਦੀ ਨਹੀਂ ਖੀਰ ਹੈ ਜੀ। ਤੇ ਇਹ ਅਸਲ ਦੇ ਵਿੱਚ ਮੈਂ ਸਮਝਦਾ ਕਿ ਤੁਹਾਨੂੰ ਰੱਬ ਪਰਮਾਤਮਾ ਵੱਲੋਂ ਜਿਹੜੀ ਬਖਸ਼ਿਸ਼, ਰੱਬ ਵੱਲੋਂ ਜਿਹੜੀ ਬਖਸ਼ਿਸ਼ ਹੁੰਦੀ ਹੈ ਜੀ, ਉਹ ਤਾਂ ਚਲੋ ਹੈ ਹੀ ਹੈ। ਪਰ ਉਹਨੂੰ ਤਰਾਸ਼ਣ ਲਈ ਉਹਦੇ ਲਈ ਉਸਤਾਦ ਦਾ ਹੋਣਾ ਬੜਾ ਜ਼ਰੂਰੀ ਹੈ। ਕਿਉਂਕਿ ਜੇ ਕੋਈ ਤੁਹਾਨੂੰ ਦੱਸੂਗਾ ਵੀ ਇੱਥੋਂ ਗਲਤ ਹੈ ਇੱਥੋਂ ਸਹੀ ਹੈ ਤਾਂ ਫਿਰ ਤੁਸੀਂ ਬਹੁਤ ਜਲਦੀ ਕਵਰ ਕਰਦੇ ਹੋ। ਅਦਰਵਾਈਜ਼ ਕਈ ਚੀਜ਼ਾਂ ਦਾ ਤੁਹਾਨੂੰ ਪਤਾ ਹੀ ਲੱਗਦਾ, ਤੁਹਾਨੂੰ ਲੱਗੀ ਜਾਂਦਾ ਕਿ ਮੈਂ ਬਹੁਤ ਵਧੀਆ ਕਰ ਰਿਹਾ। ਇਹ ਬਸ ਉਹਦੀ ਗੱਲ ਤੁਸੀਂ ਬੜੀ ਸੋਹਣੀ ਕੀਤੀ ਬਰਾੜਵੀਰ। ਮੈਂ ਵੀ ਸਮਝਦਾ ਤੁਸੀਂ ਕਿਸੇ ਨੂੰ ਵੱਡਾ ਮੰਨਦੇ ਹੋ ਨਾ ਆਪਣੇ ਤੋਂ, ਇਹ ਤੁਹਾਡੀ ਜਿਹੜੀ ਮੈਂ ਹਾਂ ਇਹ ਬਹੁਤ ਬਹੁਤ ਕਰੀਬ ਹੋ ਗਿਆ। ਇਹ ਬਹੁਤ ਵਧੀਆ ਹੋ ਗਿਆ ਜੀ। ਮੈਨੂੰ ਹੈਡਫੋਨ ਲਾਉਣੇ ਪੈਣੇ ਜੀ, ਮੈਂ ਸੌਰੀ ਥੋੜਾ ਕਰ ਰਿਹਾ। ਅੱਛਾ, ਕੋਈ ਗੱਲ ਨਹੀਂ, ਲਾ ਲਓ ਤੁਸੀਂ, ਲਾ ਲਓ। ਆਵਾਜ਼ ਘੱਟ ਆ ਰਹੀ ਤੁਹਾਨੂੰ? ਹਾਂਜੀ, ਥੋੜੀ ਆਵਾਜ਼ ਘੱਟ। ਹੈਲੋ ਜੀ, ਹੁਣ ਬਿਹਤਰ ਹੈ ਜੀ? ਹਾਂਜੀ, ਆ ਰਹੀ ਜੀ ਆਵਾਜ਼? ਅੱਛਾ, ਮੈਂ ਜੀ ਆ ਰਹੀ। ਮੈਂ ਇਹ ਕਹਿ ਰਿਹਾ ਸਾਂ ਗੁਰਵਿੰਦਰ ਵੀਰ, ਜਦੋਂ ਬੰਦਾ ਆਪਣੇ ਉਸਤਾਦ ਨੂੰ ਆਪਣੇ ਤੋਂ ਬਿਹਤਰ ਮੰਨਦਾ ਤਾਂ ਉਹਦੀ ਮੈਂ ਦਾ ਵੀ ਇਲਾਜ ਹੋ ਜਾਂਦਾ। ਜਿਹੜੀ ਉਹ 'ਚ ਮੈਂ ਹੁੰਦੀ ਕਿ ਮੈਂ ਹੀ ਸਾਰਾ ਕੁਝ ਆ, ਉਹ ਤੋਂ ਵੀ ਬਚ ਜਾਂਦਾ। ਜਿਹੜੇ ਟੀਚਰ ਹੈ, ਗੁਰੂ ਉਸਤਾਦ ਜੀ, ਫਿਰ ਮੈਂ ਤਾਂ 2 ਮਿੰਟਾਂ 'ਚ ਕੱਢ ਦਿੰਦੇ ਆ ਨਾ। ਉਹ ਦੱਸ ਦਿੰਦੇ ਵੀ ਭਾਈ ਇੱਥੇ ਜੇ ਖੜਾ ਤੂੰ ਜ਼ਿਆਦਾ ਨਾ ਇਹ ਕਰ। ਕੀ ਬਾਤ ਹੈ, ਇਹ ਬੜੀ ਸੋਹਣੀ ਜੀ। ਵਾਹ ਵਾਹ, ਇਹ ਬੜੀ ਸੋਹਣੀ ਗੱਲ ਕੀਤੀ ਜਨਾਬ। ਤੇ ਇਹ ਦੱਸੋ ਕਿ ਤੁਸੀਂ ਜਿਹੜਾ ਤੁਹਾਡਾ ਗੀਤ ਇੱਕ ਆਇਆ ਸੀ ਸ਼ਿਵ ਦੀ ਕਿਤਾਬ ਵਰਗੀ, ਅੱਛਾ, ਉਹ ਬੜਾ ਅਚਰਜ ਲੱਗਾ ਲੋਕਾਂ ਨੂੰ ਕਿ ਯਾਰ ਇਸ ਸ਼ਾਇਰ ਔਰ ਗੁਲੂਕਾਰ ਨੇ ਸ਼ਿਵ ਨੂੰ ਵੀ ਪੜ੍ਹਿਆ ਹੈ ਔਰ ਇਹਦੀ ਪਾਸ਼ ਤੇ ਵੀ ਨਜ਼ਰ ਹੈ। ਔਰ ਆਪਣੀ ਇਹ ਤਾਂ ਸੁਣਿਆ ਸੀ ਅਸੀਂ ਕਿ ਆਪਣੇ ਮਹਿਬੂਬ ਨੂੰ ਲੋਕ ਫੁੱਲਾਂ ਨਾਲ ਰਲਾਉਂਦੇ ਨੇ, ਚੰਨ ਨਾਲ ਰਲਾਉਂਦੇ ਨੇ ਜੀ, ਉਹ ਨੰਬਰਾਂ ਨਾਲ ਰਲਾਉਂਦੇ ਨੇ। ਲੇਕਿਨ ਸ਼ਿਵ ਦੀ ਕਿਤਾਬ ਨਾਲ ਤਸ਼ਬੀਰ ਦੇਣ ਦੇ ਪਿੱਛੇ ਕੀ ਤੁਹਾਡੇ ਦਿਲ 'ਚ ਗੱਲ ਸੀ? ਕੀ ਤੁਸੀਂ ਇਹ ਸੋਚਿਆ ਕਿ ਮੈਂ ਕਿਵੇਂ ਇਹਨੂੰ ਤਸ਼ਬੀਰ ਦਿਆਂ? ਬਹੁਤ ਬਹੁਤ ਵਧੀਆ ਔਰ ਫਰਕ ਤਸ਼ਬੀਹ ਹੈ। ਬਹੁਤ ਮਿਹਰਬਾਨੀ ਜੀ। ਅਸਲ 'ਚ ਇਹ ਜੀ ਕੁਦਰਤੀ ਤੌਰ ਤੇ ਮੇਰੇ ਪਹਿਲਾਂ ਇਹ ਲਾਈਨ ਮਨ 'ਚ ਆਈ ਕਿ ਪਾਸ਼ ਦੀਆਂ ਗੱਲਾਂ ਦਾ ਸ਼ਦਾਈ। ਮੈਨੂੰ ਐਂ ਲੱਗਦਾ ਹੁੰਦਾ ਕਿ ਸ਼ਾਇਰ ਸਿਰਫ ਨਿੱਜ ਤੱਕ ਹੀ ਸੀਮਤ ਨਾ ਹੋਵੇ, ਉਹਨੂੰ ਲੋਕਾਂ ਦੀ ਗੱਲ, ਜਿਹੜੀ ਸਾਡੀ ਕਿਸਾਨੀ ਹੈ, ਉਹਦੀ ਮਾੜੀ ਆਰਥਿਕਤਾ ਦੀ, ਗਰੀਬੀ ਦੀ, ਉਹਨਾਂ ਦੱਬੇ ਕੁਚਲੇ ਲੋਕਾਂ ਦੀ ਗੱਲ ਕਰਨੀ ਬਣਦੀ ਹੈ ਨਾ, ਕੋਈ ਵੀ ਸ਼ਾਇਰ ਹੈ। ਤਾਂ ਮੈਂ ਉਸ ਗੱਲ ਤੋਂ ਬੜਾ ਮੁਤਾਸਰ ਸੀ, ਉਹਨਾਂ ਦੀ ਅਵਤਾਰ ਸਿੰਘ ਪਾਸ਼। ਤਾਂ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ਦਾਈ। ਤਾਂ ਫਿਰ ਉਹਦੇ ਬਰਾਬਰ 'ਚ ਇੱਕ ਰੋਮਾਂਸ ਦਾ ਜਿਹੜਾ ਕਵੀ ਹੈ ਜਾਂ ਉਹਦੀ ਉਹ ਕੌਣ ਹੋ ਸਕਦਾ ਸੀ ਪਾਸ਼ ਦੇ ਬਰਾਬਰ? ਤੇ ਫਿਰ ਸ਼ਿਵ ਵੀ ਹੋ ਸਕਦੇ ਸੀ। ਵਾਹ, ਕੀ ਬਾਤ। ਉਹ ਸ਼ਿਵ ਦੀ ਕਿਤਾਬ ਵਰਗੀ ਜੀ। ਉਹ ਸਾਡੇ ਜੀ ਉਹਦੀ ਜਿਹੜੀ ਨੈਕਸਟ ਲਾਈਨ ਉਹ ਇਹ ਹੈ ਕਿ ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ਦਾਈ, ਉਹ ਲੌਨ ਦੇ ਗੁਲਾਬ ਵਰਗੀ। ਲੌਨ ਮੀਨਸ ਜਿਹੜਾ ਜਿਹਦੀ ਪਰਵਰਿਸ਼ ਹੋਈ ਹੈ, ਜਿਹਦੀ ਬਕਾਇਦਗੀ ਦੇ ਨਾਲ। ਤੇ ਮੈਂ ਘੀਰਿਆਂ 'ਚ ਉਗਰੀ ਚਲਾਈ। ਸਾਡੇ ਤੁਹਾਡੇ ਸ਼ਾਇਦ ਗਹਾਰੇ ਬੋਲਦੇ ਮੇ ਵੀ, ਪਾਥੀਆਂ ਘੀਰੇ। ਸਾਡੇ ਮਾਲਵਾ ਇੱਧਰ ਬਠਿੰਡਾ ਮੁਕਤਸਰ ਸਾਈਡ ਤੇ ਘੀਰੇ ਬੋਲਦੇ ਨੇ। ਤੇ ਮੈਂ ਘੀਰਿਆਂ 'ਚ ਉਗਰੀ ਚਲਾਈ। ਕੁਝ ਇਲਾਕਿਆਂ 'ਚ ਘੀਰੇ ਵੀ ਕਹਿੰਦੇ, ਸਾਡੇ ਵੀ ਕਹਿੰਦੇ ਨੇ ਕੁਝ ਇਲਾਕਿਆਂ 'ਚ। ਅੱਛਾ ਅੱਛਾ, ਉਹ ਗੁੱਡ। ਹਾਂਜੀ,
ਵੀ ਜਿਹਦੀ ਕੋਈ ਪਰਵਰਿਸ਼ ਨਹੀਂ, ਆਪਣੇ ਆਪ ਹੀ ਪ੍ਰਫੁੱਲਿਤ ਜਿਹੜੇ ਲੋਕ ਹੁੰਦੇ ਨੇ, ਜਿਹੜੇ ਮੌਸਮਾਂ ਨਾਲ ਲੜਦੇ, ਸੰਘਰਸ਼ ਕਰਦੇ, ਆਪਣੇ ਆਪ ਹੀ ਅੱਗੇ ਆਉਂਦੇ। ਜੀ ਜੀ। ਇਹ ਸੀਗਾ। ਅੱਛਾ, ਮੈਂ ਜੀ ਆਪਣਾ ਇਸ ਤੋਂ ਪਹਿਲਾਂ ਕਿ ਤੁਹਾਨੂੰ ਕਿਸੇ ਗੀਤ ਦੀ ਫਰਮਾਇਸ਼ ਕਰਾਂ, ਨਾਲ ਸਵਾਲ ਵੀ ਚੱਲਦੇ ਰਹਿਣਗੇ। ਸਾਡੇ ਲਹਿੰਦੇ ਪੰਜਾਬ ਤੋਂ ਬੜੇ ਸੋਹਣੇ ਤੇ ਨਵੇਕਲੇ ਤੇ ਸੁਲੱਖਣੇ ਸ਼ਾਇਰ ਸਾਬਰ ਅਲੀ ਸਾਬਰ ਵੀ ਸੁਣ ਰਹੇ ਨੇ ਤੁਹਾਨੂੰ ਇਸ ਪ੍ਰੋਗਰਾਮ ਨੂੰ। ਤੁਸੀਂ ਯਕੀਨ ਉਹਨਾਂ ਦਾ ਕਲਾਮ ਸੁਣਿਆ ਹੋਵੇਗਾ, ਬੜਾ ਵੱਡਾ ਨਾਂ ਹੈ ਸਾਡੇ ਪੰਜਾਬ ਦੀ ਸ਼ਾਇਰੀ ਦਾ। ਔਰ ਉਹਦੇ ਨਾਲ ਸੁਖਵਿੰਦਰ ਸਿੰਘ ਬੋਤਲਾਵਾਲਾ ਵੀ, ਔਰ ਇੰਦਰਜੀਤ ਸਿੱਧੂ ਵੀ, ਰਾਣਾ ਇਰਸ਼ਾਦ, ਅਵਤਾਰ ਸਿੰਘ ਸੋਹੀਆਂ, ਇਹ ਨੁਸਰਤ ਕਮਾਲ ਹੁਸੈਨ, ਇਹ ਸਾਰੇ ਬੇਲੀ ਜਿਹੜੇ ਪਹਿਲਾਂ ਆਉਂਦੇ ਨੇ, ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਪਹਿਲਾਂ ਨਾਂ ਜ਼ਰੂਰ ਲੈਣਾ ਚਾਹੀਦਾ ਹੈ। ਤੇ ਇਹ ਤੁਹਾਨੂੰ ਵਡਿਆ ਰਹੇ ਨੇ, ਤੁਹਾਡੇ ਆਉਣ ਤੇ ਖੁਸ਼ ਨੇ। ਤੇ ਇਹ ਜਿਹੜੀ ਸ਼ਿਵ ਦੀ ਕਿਤਾਬ ਵਰਗੀ, ਰਾਤੀ ਮੈਨੂੰ ਇੱਕ ਪਾਠਕ ਕਹਿ ਰਿਹਾ ਸੀ, ਤੁਹਾਡਾ ਇੱਕ ਫੈਨ, ਕਿ ਇਹ ਜ਼ਰੂਰ ਪੁੱਛਿਓ ਬਰਾੜ ਸਾਹਿਬ ਨੂੰ ਕਿ ਉਹ ਵਾਕਈ ਸ਼ਿਵ ਦੀ ਕਿਤਾਬ ਵਰਗੀ ਸੀ ਜਿਹਦੇ ਬਾਰੇ ਇਹ ਲਿਖਿਆ। ਕਿਉਂਕਿ ਸ਼ਿਵ ਦੀ ਕਿਤਾਬ ਪੂਰੀ ਦੁਨੀਆ ਨੂੰ ਪਸੰਦ ਹੈ, ਔਰ ਸੂਫੀ ਸ਼ਾਇਰਾਂ ਤੋਂ ਬਾਅਦ ਜਿੰਨਾ ਉਹਨੂੰ ਸਨਮਾਨ ਮਿਲਿਆ ਸ਼ਿਵ ਨੂੰ, ਇਹ ਵੀ ਬਹੁਤ ਘੱਟ ਹੋਇਆ ਤਰੀਸ਼ ਕਿ ਕਿਸੇ ਸ਼ਾਇਰ ਨੂੰ ਇੱਜ਼ਤ ਮਿਲੀ ਹੋਵੇ, ਨਾ ਪਿਆਰ ਮਿਲਿਆ ਹੋਵੇ। ਤੇ ਮੇਰੀ ਇਹ ਇੱਛਾ ਹੋਏਗੀ ਕਿ ਪਹਿਲੇ ਇਹੀ ਤੁਸੀਂ ਸੁਣਾ ਦਿਓ ਗੀਤ, ਅੱਗੇ ਸ਼ਿਵ ਦੀ ਕਿਤਾਬ ਤੋਂ ਹੀ ਸ਼ੁਰੂ ਕਰੀਏ, ਤੁਹਾਡੇ ਮੂੰਹੋਂ ਜਿਹੜਾ ਸੁਣਨਾ ਹੈ। मैं सुना देना जी। सवेरे सवेरे है जी गला उसका। शिव दी किताब वर्गी ते मैं पाश दियां गल्लां दा शुदाई। शिव दी किताब वर्गी ते मैं पाश दियां गल्लां दा शुदाई। ओह लौंग ते गुलाब वर्गी ते मैं गिरियां च उकरी चढ़ाई। शिव दी किताब वर्गी ते मैं पाश दियां गल्लां दा शुदाई। हो साडे चेतियां च कईयां ते दातियां दे गीत, साडे चेतियां च कईयां ते दातियां दे गीत, थोड़ी खुशी अते बहुतियां उदासियां दे गीत। ओ बॉलीवुड दे शबाब वर्गी ते मैं औलख दे नाटकां दा भाई। शिव दी किताब वर्गी पाश दियां गल्लां दा शुदाई। वाह, बहुत खूब बराड़वीर जी। अच्छा, ये ਜਿਹੜਾ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਸੋ ਇਸ ਗੀਤ ਰਾਹੀਂ ਨਵੀਂ ਪੀੜ੍ਹੀ ਨੂੰ, ਤੁਹਾਨੂੰ ਲੱਗਾ ਕਿ ਸੁਨੇਹਾ ਤੁਹਾਡਾ ਪੜਿਆ ਉਹਨਾਂ ਤੱਕ? ਹਾਂਜੀ ਬਿਲਕੁਲ। ਅਸਲ 'ਚ ਜਦੋਂ ਗੀਤ ਲਿਖਿਆ ਤਾਂ ਮੈਂ ਸ਼ੌਂਕ ਨੇ ਰਿਕਾਰਡ ਕਰਾਇਆ ਸੀ, ਕੋਈ ਕਮਰਸ਼ੀਅਲ ਐਂਗਲ ਨੂੰ ਦੇਖ ਕੇ ਨਹੀਂ ਕਰਵਾਇਆ ਸੀ, ਕਿਉਂਕਿ ਇੱਧਰ ਜੀ ਮੇਰੇ ਕੋਲੇ ਸ਼ੋਜ਼ ਜਿਹੜੇ ਸਟੇਜ ਸ਼ੋਜ਼ ਵਧੀਆ ਹੁੰਦੇ, ਠੀਕ ਹੁੰਦੇ, ਤਾਂ ਮੈਂ ਫਾਈਨੈਂਸ਼ੀਅਲੀ ਲੱਗਦਾ ਸੀ ਕਿ ਮੈਂ ਹੁਣ ਇਹਨਾਂ ਕਰ ਸਕਦਾ ਹਨਾ। ਤਾਂ ਇਹਦਾ ਵੀਡੀਓ ਬਣਾਇਆ ਜੀ, ਅਸੀਂ ਬਕਾਇਦਗੀ ਨਾਲ ਰਿਲੀਜ਼ ਕੀਤਾ, ਪਰ ਮੈਨੂੰ ਨਹੀਂ ਪਤਾ ਸੀ ਕਿ ਗੀਤ ਨੂੰ ਇੰਨਾ ਜ਼ਿਆਦਾ ਪਿਆਰ ਮਿਲੂਗਾ। ਔਰ ਕਾਲਜਾਂ ਦੇ ਵਿੱਚ ਸਾਡੇ ਇੱਥੇ ਯੂਨੀਵਰਸਿਟੀ ਵਿੱਚ ਪੇਪਰ ਵੀ ਪੜ੍ਹਿਆ ਗਿਆ, ਜਿਹੜੇ ਸਾਹਿਤਕ ਮੈਗਜ਼ੀਨ 'ਚ ਸਪੈਸ਼ਲ ਵੱਡੇ ਵੱਡੇ ਲੇਖ ਲੱਗੇ ਹਨਾ ਗਾਣੇ ਦੇ। ਉਹ ਚੀਜ਼ਾਂ ਸੀ। ਫਿਰ ਮੈਨੂੰ ਬੜੇ ਫੋਨ ਕਾਲਜਾਂ ਤੋਂ ਪ੍ਰੋਫੈਸਰ ਸਾਹਿਬਾਨ ਦੇ, ਟੀਚਰ ਸਾਹਿਬਾਨ ਦੇ ਆਏ ਕਿ ਹੁਣ ਬੱਚੇ ਆ ਕੇ ਪੁੱਛਦੇ ਜੀ ਇਹ ਪਾਸ਼ ਦੀ ਕਿਤਾਬ ਲੈਣੀ, ਅਸੀਂ ਪਾਸ਼ ਕੌਣ, ਜਾਂ ਮਤਲਬ ਆਮ ਜਿਹੜੇ ਸਟੂਡੈਂਟਸ ਜਿਹੜੇ ਕਾਮਨ, ਉਹ ਸ਼ਿਵ ਨੂੰ ਤਾਂ ਜਾਣਦੇ ਬਟ ਪਾਸ਼ ਨੂੰ ਘੱਟ ਜਾਣਦੇ ਸੀ। ਪਰ ਉਹਨਾਂ ਨੇ ਇਨਕੁਆਇਰੀ ਕੀਤੀ ਕਿ ਇਹ ਪਾਸ਼ ਕੌਣ ਹੈ ਜੀ, ਅਸੀਂ ਕਿਤਾਬ ਪੜ੍ਹਨੀ ਚਾਹੁੰਦੇ ਹਾਂ। ਮੈਨੂੰ ਲੱਗਦਾ ਕਿ ਉਹ ਮੇਰਾ ਪੂਰਾ ਹੋਇਆ। ਚਲੋ ਜੀ, ਇਹ ਤੇ ਫਿਰ ਬੜੀ ਸੋਹਣੀ ਗੱਲ ਕਿ ਤੁਸੀਂ ਜਿਹੜਾ ਬੰਦਾ ਉਹਨਾਂ ਤੱਕ ਪੜ੍ਹਾਉਣਾ ਚਾਹੁੰਦੇ ਸੋ, ਤਾਰਫ ਕਰਾਉਣਾ ਚਾਹੁੰਦੇ ਸੋ, ਉਹਨਾਂ ਤੱਕ ਪੜ੍ਹ ਗਿਆ। ਇਹ ਬੜੀ ਖੁਸ਼ਕਿਸਮਤੀ ਹੈ। ਜਿਹੜਾ ਤੁਸੀਂ ਉਸਤਾਦ ਦੇ ਤੌਰ ਤੇ ਕੰਮ ਕੀਤਾ, ਹੁਣ ਤੁਸੀਂ ਕਈ ਹਯਾਤੀ ਦੇ ਕਈ ਜੀਵਨ ਦੇ ਪੱਖ ਤੁਸੀਂ ਜਿਹੜੇ ਭੋਗੇ ਨੇ, ਤੁਹਾਨੂੰ ਕਿਹੜਾ ਜ਼ਿਆਦਾ, ਤੁਹਾਨੂੰ ਇਹ ਨਹੀਂ ਲੱਗਾ ਕਿ ਉਸਤਾਦ ਦੇ ਤੌਰ ਤੇ ਛੱਡ ਕੇ ਕੋਈ ਕਮੀ ਜੀ ਮਹਿਸੂਸ ਹੁੰਦੀ ਹੈ? ਉਹ ਦੇਖੋ ਜੀ ਉਸਤਾਦ, ਚਲੋ ਖੈਰ ਮੈਂ ਤਾਂ ਜਦੋਂ ਆਫਟਰ BEd ਮੈਨੂੰ ਜੌਬ ਮਿਲ ਗਈ ਸੀਗੀ, ਮੈਂ ਵੀ ਉਦੋਂ ਸਟੂਡੈਂਟ ਹੀ ਸੀ, ਤੇ ਉਹ ਦਿਨ ਯਾਦ ਆਉਂਦੇ, ਮੈਂ ਮਿਸ ਵੀ ਕਰਦਾ। ਮੇਰੀ ਨਾ ਆਦਤ ਸੀ ਸਕੂਲ ਦੇ ਵਿੱਚ, ਪਹਿਲੀ ਵਾਰੀ ਮੈਂ ਇਸ ਇੰਟਰਵਿਊ 'ਚ ਗੱਲ ਸਾਂਝੀ ਕਰਨ ਲੱਗਿਆ ਕਿ ਜਦੋਂ ਵੀ ਮੈਂ ਕੋਈ ਕਲਾਸ ਲੈਂਦਾ ਸੀਗਾ, 10ਵੀਂ ਵਾਲੇ ਜਾਂ +2 ਵਾਲੇ ਮੁੰਡੇ ਹੁੰਦੇ ਸੀ, ਉਹ ਲਗਭਗ ਉਹ ਬਰਾਬਰ ਦੇ ਹੀ ਲੱਗਦੇ ਹੁੰਦੇ ਹਨਾ, ਕੋਈ ਥੋੜਾ ਬਹੁਤਾ ਸਾਡਾ ਉਹ ਸੀ ਫਰਕ। ਜੀ। ਤਾਂ ਮੈਂ ਕੁਰਸੀ ਨਹੀਂ ਕਦੇ ਕਲਾਸਰੂਮ ਦੇ ਵਿੱਚ ਰੱਖੀ ਸੀਗੀ, ਜੇ ਕੁਰਸੀ ਹੁੰਦੀ ਤਾਂ ਮੈਂ ਬੈਠ ਕੇ, ਤਾਂ ਸਾਰੇ ਦਾ ਸਾਰਾ ਪੀਰੀਅਡ ਜਿਹੜਾ ਬਲੈਕ ਬੋਰਡ ਤੇ ਜਾਂਦਾ ਸੀ ਜਾਂ ਖੜ ਕੇ ਗੱਲਾਂ ਕਰਕੇ ਹੀ ਲੰਘਦਾ ਸੀ। ਤੇ ਮੈਨੂੰ ਪਤਾ ਹਾਂਜੀ,
ਉਹ ਬੜੇ ਸੋਹਣੇ, ਉਹ ਵੀ ਅੱਛੇ ਦਿਨ ਸੀ, ਮੈਂ ਇੰਜੋਏ ਕੀਤਾ। ਨਹੀਂ ਤੁਸੀਂ ਤਾਂ ਹੁਣ ਵੀ ਉਹਨਾਂ ਵਰਗੇ ਹੀ ਲੱਗਦੇ ਹੋ, ਆਪਣੇ ਪਾਠਕਾਂ ਵਰਗੇ ਹੀ। ਤੇ ਤੁਸੀਂ ਅੱਛਾ, ਜਿਹੜਾ ਤੁਸੀਂ ਆਪਣੇ ਆਪ ਨੂੰ ਇਹ ਫਿੱਟ ਰੱਖਿਆ ਫਿਜ਼ੀਕਲੀ, ਔਰ ਪੇਰੈਂਟਸ ਤੁਹਾਡੀ ਜਾਂ ਇੰਝ ਕਹਿ ਲਈਏ ਕਿ ਤੁਸੀਂ ਜਿਹੜਾ ਉਮਰ ਨੂੰ ਸ਼ਿਕਸਤ ਦਿੱਤੀ ਸੀ, ਇਹਦੇ ਪਿੱਛੇ ਕੀ ਕੋਈ ਕਸਰਤ ਕਰਦੇ ਹੋ, ਕੋਈ ਵਰਜ਼ਿਸ਼ ਕਰਦੇ ਹੋ, ਕੋਈ ਖਾਸ ਫਾਰਮੂਲਾ ਹੈ? ਨਹੀਂ ਜੀ, ਇੰਨੀ ਜ਼ਿਆਦਾ ਵੀ ਮੇਰੀ ਉਹ ਨਹੀਂ ਉਮਰ ਨਹੀਂ। ਖੈਰ ਮੈਂ ਐਕਸਰਸਾਈਜ਼ ਤਾਂ ਕਰਦਾ, ਕਿਉਂਕਿ ਮੇਰੇ ਅੱਛਾ ਮੇਰੇ ਕੁਲੀਗ ਪੰਜਾਬੀ ਫਿਲਮਾਂ ਦੇ ਵਿੱਚ ਹੁਣ ਹੀਰੋ ਨੇ, ਮੇਰੇ ਨਾਲ ਦੇ ਜਿਹੜੇ ਅਸੀਂ ਬੈਚਮੇਟਸ ਹਾਂ। ਜੀ ਜੀ, ਤੇ ਅੱਛਾ ਜੀ ਜੀ, ਉਹ ਤਾਂ ਇਹ ਹੁੰਦਾ ਹੀ ਜੀ, ਜ਼ਰੂਰੀ ਇੱਕ ਆਰਟਿਸਟ ਦੇ ਲਈ ਐਕਸਰਸਾਈਜ਼ ਤਾਂ ਜ਼ਰੂਰੀ ਹੈ, ਫਿਟਨੈਸ ਜ਼ਰੂਰੀ ਹੈ, ਕਿਉਂਕਿ ਇਹੀ ਚੀਜ਼ ਹੈ, ਇਸੇ ਚੀਜ਼ ਦਾ ਹੀ ਮੁੱਲ ਹੈ। ਅੱਜ ਕੱਲ੍ਹ ਤੁਹਾਨੂੰ ਪਤਾ, ਸਕਰੀਨ ਤੇ ਆਉਣਾ ਜਾਂ ਸਟੇਜ ਤੇ ਬੰਦਾ ਖੜਾ ਸੋਹਣਾ ਲੱਗੇ, ਕੋਸ਼ਿਸ਼ ਇਹੀ ਹੁੰਦੀ ਕਿ ਥੋੜਾ ਫਿਟ ਰਹਿ ਜਾਏ। ਇਹ ਵੀ ਸਰ ਬੜੀ ਘੱਟ ਸੋਚ ਹੈ ਕਿ ਤੁਸੀਂ ਜੋ ਲੋਕੀ ਤੁਹਾਨੂੰ ਵੇਖਦੇ ਨੇ ਤੇ ਜਿਹੜੇ ਲੋਕ ਆਪਣੇ ਸੁਣਨ ਨਾਲ ਪਿਆਰ ਕਰਦੇ ਨੇ, ਉਹਨਾਂ ਦੇ ਮੁਤਾਬਕ ਢਾਲਦੇ ਨੇ ਆਪਣੇ ਆਪ ਨੂੰ। ਦੇਖੋ ਅਸੀਂ ਕਿੰਨੀ ਸੋਹਣੀ ਗੱਲ ਕੀਤੀ ਕਿ ਮੈਂ ਲੋਕਾਂ ਸਾਹਮਣੇ ਜਾਣਾ ਹੈ ਤੇ ਬੰਦਾ ਸੋਹਣਾ ਲੱਗੇ, ਦਾ ਮਤਲਬ ਹੈ ਤੁਹਾਨੂੰ ਲੋਕਾਂ ਦੀ ਕੇਅਰ ਹੈ, ਤੁਸੀਂ ਲੋਕਾਂ ਬਾਰੇ ਸੋਚਦੇ ਹੋ, ਉਹਨਾਂ ਬਾਰੇ। ਗੀਤ ਵੀ ਤੁਹਾਡੇ ਹੀ ਦੱਸਦੇ ਨੇ ਕਿ ਤੁਸੀਂ ਆਪਣੀ ਜ਼ਾਤ ਨਾਲ ਲੋਕਾਂ ਦਾ ਬਹੁਤਾ ਸੋਚਿਆ। ਤੇ ਗੁਰਿੰਦਰ ਵੀਰ, ਜਿਹੜੇ ਗੀਤ ਸਮਝਦੇ ਸੀ ਕਿ ਬੀਟ ਦੇ ਗੀਤ ਨੇ, ਜਾਂ ਅੱਜ ਕੱਲ੍ਹ ਜਿਵੇਂ ਉਹ ਪੌਪ ਮਿਊਜ਼ਿਕ ਜਾਂ ਕੋਈ ਮਤਲਬ ਨਹੀਂ ਵੀ ਹੁੰਦਾ, ਲੇਕਿਨ ਲੋਕਾਂ ਨੂੰ ਨਚਾਉਣ ਦੀ ਕੋਸ਼ਿਸ਼ ਲੋਕ ਕਰਦੇ ਨੇ, ਇੱਕ ਬਾਮਕਸਦ ਗੀਤ ਨੇ, ਤੁਸੀਂ ਕੀ ਸਮਝਦੇ ਹੋ ਕਿ ਦੋਵਾਂ ਚੋਂ ਆਮ ਲੋਕਾਂ 'ਚ ਕਿਹੜਾ ਜ਼ਿਆਦਾ ਪਪੂਲਰ ਹੋ ਰਿਹਾ? ਆਮ ਲੋਕਾਂ ਦੇ ਵਿੱਚ ਜੀ ਜਸਟ ਲੋਕ ਵੈਸੇ ਐਂਟਰਟੇਨਮੈਂਟ ਹੀ ਚਾਹੁੰਦੇ ਨੇ ਜ਼ਿਆਦਾ, ਇਸੇ ਕਰਕੇ ਜਿਹੜੇ ਕਮਰਸ਼ੀਅਲ ਗਾਣੇ ਆ ਉਹ ਜ਼ਿਆਦਾ ਚੱਲਦੇ ਨੇ। ਤੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ, ਕਿਉਂਕਿ ਅਸੀਂ ਮੈਂ ਕਮਰਸ਼ੀਅਲ ਗੀਤ ਵੀ ਕਰਦਾ, ਮੇਰੇ ਡਿਊਟਸ ਵਗੈਰਾ ਕਾਫੀ ਇੱਧਰ ਅਸੀਂ ਗਾਏ ਨੇ ਔਰ ਚੱਲੇ ਵੀ ਨੇ ਗਾਣੇ। ਤੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਦੋਨਾਂ ਚੀਜ਼ਾਂ ਦੇ ਵਿਚਕਾਰ ਆਪਦਾ ਜਿਹੜਾ ਪ੍ਰੋਫੈਸ਼ਨਲ ਕੰਮ ਆ ਜਾਂ ਕਮਰਸ਼ੀਅਲ ਗਾਣੇ ਉਹ ਵੀ ਚੱਲਦੇ ਰਹਿਣ, ਤੇ ਨਾਲ ਨਾਲ ਕੋਈ ਸਾਹਿਤ ਦੀ, ਪੰਜਾਬੀਅਤ ਦੀ ਸੇਵਾ ਜੋ ਮਾਲਕ ਨੇ ਬਖਸ਼ਿਸ਼ ਕੀਤੀ ਉਹ ਵੀ ਕਰਦੇ ਰਹੀਏ। ਵਾਹ, ਇਹ ਤੁਸੀਂ ਦੱਸਿਆ ਜੀ, ਤੁਹਾਡਾ ਜਿਹੜਾ ਗੀਤਕਾਰੀ ਦਾ ਜਾਂ ਸ਼ਾਇਰ ਦਾ ਜਿਹੜਾ ਤੁਹਾਨੂੰ ਸਵਾਰਨ ਵਾਲਾ ਸੀ, ਉਤੇ ਉਸਤਾਦ ਸਰਜੀਤ ਪਾਤਰ ਹੋਰੀ ਸਨ, ਤੇ ਉਹ ਵਾਕਈ ਕਮਾਲ ਸ਼ਾਇਰ ਨੇ, ਇਸ ਵੇਲੇ ਪੂਰੀ ਦੁਨੀਆ 'ਚ ਉਹਨਾਂ ਦਾ ਇੱਕ ਨਾਂ ਹੈ। ਤੇ ਜਿਹੜਾ ਤੁਹਾਡਾ ਸੰਗੀਤ ਦਾ ਜਿਹੜਾ ਸੀ ਪੱਖ, ਇਹਨੂੰ ਕਿੰਨੇ ਸਵਾਰਿਆ ਬਣਾਇਆ? ਇਹਦੇ 'ਚ ਕਿਹੜਾ ਤੁਹਾਨੂੰ ਰਾਹਬਰ ਮਿਲਿਆ, ਉਸਤਾਦ ਮਿਲਿਆ? ਹਾਂਜੀ, ਇਹ ਜੀ ਮੈਂ ਇਹਦੇ ਬਾਰੇ ਜ਼ਰੂਰ ਦੱਸਣਾ ਚਾਹੁੰਦਾ, ਕਿਉਂਕਿ ਮੈਂ ਜਦੋਂ ਸ਼ੁਰੂ ਕਰਤਾ, ਮੈਂ ਲਿਖਦਾ ਸੀ, ਉਦੋਂ ਮੈਂ ਬਕਾਇਦਗੀ ਨਾਲ ਕੁਝ ਸਿੱਖਿਆ ਨਹੀਂ, ਮੈਨੂੰ ਬੇਸਿਕ ਕੋਈ ਬਹੁਤਾ ਨੌਲੇਜ ਹੈ ਨਹੀਂ ਸੀਗੀ। ਤਾਂ ਫਿਰ ਜਦੋਂ ਮੈਂ ਇੱਥੇ ਬਠਿੰਡਾ ਸ਼ਿਫਟ ਕੀਤਾ ਤਾਂ ਮੈਨੂੰ ਰਵੀ ਸ਼ਰਮਾ ਜੀ, ਜਦੋਂ ਮੈਂ ਜੌਬ ਦੇ ਵਿੱਚ ਹੀ ਸੀ ਉਦੋਂ, ਉਸਤਾਦ ਰਵੀ ਸ਼ਰਮਾ ਜੀ, ਸਾਡੇ ਗੋਨਿਆਣਾ ਮੰਡੀ ਹੈ ਜੀ ਇੱਥੇ ਬਠਿੰਡੇ ਦੇ ਨਾਲ ਹੀ। ਅੱਛਾ ਜੀ। ਤੇ ਉਹ ਮੈਨੂੰ ਮਿਲੇ, ਤਾਂ ਫਿਰ ਜਿਹੜੀਆਂ ਬੇਸਿਕਸ ਸੀ, ਜਿਹੜੀਆਂ ਫੋਕ ਲਈ ਚਾਹੀਦੀ, ਸੰਗੀਤ ਤਾਂ ਅਥਾਹ ਸਮੁੰਦਰ ਹੈ, ਇਹ ਤਾਂ ਸਾਰੀ ਉਮਰ ਸਿੱਖੀ ਜਾਵੇ ਬੰਦਾ, ਫਿਰ ਵੀ ਏਦਾਂ ਲੱਗਦਾ ਕੁਝ ਨਹੀਂ ਸਿੱਖਿਆ। ਤੇ ਜਿਹੜੀਆਂ ਸਾਨੂੰ ਸਟੇਜ ਲਈ ਜਾਂ ਬੇਸਿਕ ਜਿਹੜੀ ਪੰਜਾਬੀ ਫੋਕ ਗਾਇਕੀ ਲਈ ਜੋ ਕੁਝ ਚਾਹੀਦਾ ਉਹਨਾਂ ਨੇ ਸਿਖਾਇਆ, ਮਤਲਬ ਮੈਂ ਉਹਨਾਂ ਨੇ ਵੱਧ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਮੇਰੇ 'ਚ ਹੀ ਕਮੀਆਂ ਕਈ ਵਾਰੀ ਹੁੰਦੀਆਂ ਆਪਣੇ ਦੇ ਵਿੱਚ, ਕਿ ਆਪਾਂ ਬਹੁਤ ਟਾਈਮ ਨਹੀਂ ਦੇ ਪਾਉਂਦੇ ਉਸ ਚੀਜ਼ ਨੂੰ। ਹੁਣ ਵੀ ਤਾਂ ਉਹਨਾਂ ਤੋਂ ਕੋਈ ਨਾ ਕੋਈ ਲੈਸਨ ਮੈਂ ਲੈਂਦਾ ਰਿਹਾ। ਉਹ ਜਿਹੜਾ ਸੂਫੀ ਕਹਿੰਦੇ ਨੇ ਜੀ ਕਿ ਹੋਰ ਵੀ ਨੀਵਾਂ ਹੋ ਫਕੀਰਾ, ਔਰ ਸ਼ਾਹ ਹੁਸੈਨ ਕਹਿੰਦੇ ਨੇ ਮੈਂ ਨਹੀਂ ਸਭ ਤੂੰ। ਤੇ ਤੁਸੀਂ ਸੂਫੀ ਸ਼ਾਇਰ ਵੀ ਕੋਈ ਪੜ੍ਹਿਆ ਜਿਹੜਾ ਤੁਹਾਡੇ ਤੋਂ ਸੂਫੀ ਰੰਗ ਇਹ ਗਾਲਬ ਆਇਆ ਹੈ? ਕਿਹੜੇ ਸੂਫੀ ਸ਼ਾਇਰ ਤੋਂ ਤੁਸੀਂ ਮੁਤਾਸਰ ਹੋ, ਜਾਂ ਜਿਹਨੂੰ ਤੁਸੀਂ? ਮੈਂ ਜੀ ਵੈਸੇ ਤਾਂ ਕਿਉਂਕਿ ਜਨਰਲ ਆਪਾਂ ਬਾਬਾ ਬੁੱਲੇ ਸ਼ਾਹ ਨੂੰ ਪੜ੍ਹਿਆ, ਉਹਨਾਂ ਦੀਆਂ ਕਾਫੀਆਂ ਪੜ੍ਹੀਆਂ ਨੇ, ਪਰ ਮੈਂ ਤੁਹਾਨੂੰ ਸੱਚ ਦੱਸਾਂ ਕਿ ਮੈਂ ਤੁਹਾਨੂੰ ਸੱਚ ਦੱਸ ਰਿਹਾ ਆਪਣੇ ਦਿਲ ਦੀ ਗੱਲ, ਕਿ ਮੈਨੂੰ ਸੂਫੀਜ਼ਮ ਤੋਂ ਵੱਧ ਜ਼ਿਆਦਾ ਪ੍ਰਭਾਵਿਤ ਕੀਤਾ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ। ਉਹਦਾ ਕਾਰਨ ਇਹ ਹੈ ਕਿ ਉਹਨਾਂ ਨੇ ਕਿਰਤ ਕਰਨ ਨੂੰ, ਇਹ ਕੰਮ ਕਰਨ ਨੂੰ। ਹਾਂਜੀ, ਕਿਰਤ ਦਾ ਬੜਾ, ਉਹਨਾਂ ਨੇ 69 ਸਾਲ ਦੀ ਉਮਰ ਦੇ ਵਿੱਚ ਵੀ ਕਰਤਾਰਪੁਰ ਸਾਹਿਬ ਦੇ ਵਿੱਚ ਖੇਤੀ ਕੀਤੀ। ਵਾਹ ਹੈ ਜੀ। ਸੋ ਮੈਂ ਸਮਝਦਾ ਕਿ ਜਿਹੜੀ ਕਿਰਤ ਹੈ, ਜਿਹੜਾ ਇਸ ਤੋਂ ਜੱਟ ਵਰਗਾ ਕੋਈ ਸਾਧ ਨਹੀਂ। ਮੈਂ ਇੱਕ ਲਿਖਿਆ ਵੀ ਬੋਲਦਾ ਹੁੰਦਾ ਸਟੇਜਾਂ ਤੇ, ਕਿ ਮਾਪਿਆਂ ਵਰਗੀ ਸੇਵਾ ਹੈ ਨਹੀਂ ਐਸਾ ਕਿਤੇ ਸਰੂਰ ਜਿਹਾ। ਮਾਪਿਆਂ ਵਰਗੀ ਸੇਵਾ ਹੈ ਨਹੀਂ ਐਸਾ ਕਿਤੇ ਸਰੂਰ ਜਿਹਾ, ਜੱਟ ਵਰਗਾ ਕੋਈ ਸਾਧ ਨਹੀਂ ਤੇ ਕੋਈ ਭਗਤ ਨਹੀਂ ਮਜ਼ਦੂਰ ਜਿਹਾ। ਕਿਆ ਬਾਤ। ਵਾਹ, ਮੈਨੂੰ ਵੀ ਜੇ ਇੱਕ ਸੂਫੀ ਨੇ ਕਿਹਾ ਕਿ ਜਿਹੜਾ ਬੰਦਾ ਆਪਣਾ ਕੰਮ ਕਰਦਾ ਨਾ ਪੂਰੀ ਮੁਹੱਬਤ ਨਾਲ, ਉਹੀ ਦਰਵੇਸ਼ ਹੁੰਦਾ। ਕੋਈ ਦੁਨੀਆ ਛੱਡਣ ਜਾਂ ਗੱਲ 'ਚ ਮਣਕੇ ਪਾਉਣ ਨਾਲ ਦਰਵੇਸ਼ੀ ਨਹੀਂ। ਤੁਸੀਂ ਬੜੀ ਸੋਹਣੀ ਗੱਲ ਕੀਤੀ ਕਿ ਜਿਹੜਾ ਜੱਟ ਆਪਣੇ ਕੰਮ ਨਾਲ ਮੁਹੱਬਤ ਕਰਦਾ ਹੈ, ਉਹ ਉਸ ਤੋਂ ਵੱਡਾ ਦਰਵੇਸ਼ ਕੋਈ ਨਹੀਂ ਹੈਗਾ। ਤੇ ਇਹ ਜਿਹੜਾ ਤੁਹਾਡੇ ਸਾਰੇ ਜਿਹੜੀ ਸੂਫੀ ਰੰਗ, ਇਹਨੂੰ ਲੋਕ ਕਹਿੰਦੇ ਨੇ ਕਿ ਮੈਨੂੰ ਇੱਕ ਦੋ ਤੁਹਾਡੇ ਕਿਹਾ ਜਿਹੜੇ ਤੁਹਾਨੂੰ ਪਿਆਰ ਕਰਨ ਵਾਲੇ ਸਨ ਕਿ ਗੁਰਵਿੰਦਰ ਬਰਾੜ ਜੀ ਆਪਣੀ ਉਮਰ ਤੋਂ ਅੱਗੇ ਦੇ ਬੰਦੇ ਨੇ, ਸ਼ਾਇਦ ਕੋਈ ਬੁੱਢੀ ਰੂਹ ਵਸਦੀ ਸੀ ਇਹਨਾਂ ਦੇ ਅੰਦਰ, ਕੋਈ
ਉਹ ਰੂਹ ਜਿਹੜੀ ਉਹ ਜ਼ਿਆਦਾ ਉਮਰ ਦੀ ਹੈ। ਤੇ ਮੈਂ ਕਿਹਾ ਵੀ ਇਹ ਵੀ ਹੋ ਸਕਦਾ ਹੈ ਕਿਉਂਕਿ ਉਹਨਾਂ ਦਾ ਜਿਹੜਾ ਕਲਾਮ ਹੈ ਉਹ ਜ਼ਿਆਦਾ ਉਮਰ ਦੇ ਬੰਦਿਆਂ ਨੂੰ ਜ਼ਿਆਦਾ ਅੱਛਾ ਲੱਗਦਾ ਹੈ, ਔਰ ਜਵਾਨ ਬੰਦੇ ਵੀ ਪਸੰਦ ਕਰਦੇ ਨੇ। ਲੇਕਿਨ ਸ਼ਾਇਦ ਉਹ ਤੁਹਾਡੀ ਗੱਲ ਠੀਕ ਹੈ ਕਿ ਅੱਜ ਕੱਲ੍ਹ ਲੋਕ ਉਹ ਅਕਸਰੀਅਤ ਉਹਦੇ ਪਿੱਛੇ ਭੱਜਦੀ, ਜਿਹੜੀ ਐਂਟਰਟੇਨਮੈਂਟ ਦੀ ਗੱਲ ਤੁਸੀਂ ਕੀਤੀ। ਅੱਛਾ, ਸ਼ਿਵ ਨੂੰ ਤੁਸੀਂ ਕਦੋਂ ਪੜ੍ਹਿਆ ਜੀ ਜ਼ਿੰਦਗੀ 'ਚ? ਸ਼ਿਵ ਨੂੰ ਤੁਸੀਂ ਕਿਹੜੇ ਦੌਰ 'ਚ ਪੜ੍ਹਿਆ? ਮੈਂ ਜੀ ਸ਼ੁਰੂ ਚ ਹੀ ਉਹਨਾਂ ਨੂੰ ਪੜ੍ਹਿਆ, ਕਿਉਂਕਿ ਬਾਅਦ ਦੇ ਵਿੱਚ ਮੈਂ ਤੁਹਾਨੂੰ ਸਹੀ ਦੱਸਾਂ ਕਿ ਅਸੀਂ ਮੱਧ ਵਰਗੀ ਕਿਸਾਨੀ ਚੋਂ ਆਏ ਹੋਏ, ਪਿੰਡਾਂ ਦੇ ਵਿੱਚੋਂ ਬੜੀਆਂ ਮੁਸ਼ਕਲਾਂ ਦੇ ਵਿੱਚੋਂ ਨਿਕਲ ਕੇ ਆਏ। ਤਾਂ ਉਦੋਂ ਇਹ ਹੁੰਦਾ ਸੀ ਕਿ ਜਦੋਂ ਉਹਨਾਂ ਨੂੰ ਪੜ੍ਹਦੇ ਸੀ ਤਾਂ ਮਨ ਉਦਾਸ ਹੁੰਦਾ ਸੀ, ਤੁਹਾਨੂੰ ਸਹੀ ਦੱਸਾਂ। ਤੇ ਮੈਂ ਉਦਾਸੀਆਂ ਤੋਂ ਡਰਦੇ ਨੇ, ਉਦੋਂ ਬਾਅਦ ਨਹੀਂ ਪੜ੍ਹ ਸਕਿਆ ਉਹਨਾਂ ਨੂੰ। ਜੀ ਵਾਹ। ਅੱਛਾ ਸਰ, ਇਹ ਸਾਨੂੰ ਕੋਈ ਜੀ 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 ਹਾਂ ਜੀ, ਤੁਸੀਂ ਕਰੋ ਗੱਲ ਪੂਰੀ ਜੀ, ਮੈਨੂੰ ਆਵਾਜ਼ ਘੱਟ ਆ ਰਹੀ ਸੀ। ਮੈਂ ਅੱਛਾ, ਬਸ ਮੈਂ ਤਾਂ ਉਹੀ ਗੱਲ ਕਰ ਰਿਹਾ ਸੀ ਕਿ ਮੈਂ ਉਹਨਾਂ ਨੂੰ ਸ਼ੁਰੂ ਦੇ ਵਿੱਚ ਤਾਂ ਮੈਂ ਲਿਟਰੇਚਰ ਕਾਫੀ ਪੜ੍ਹਿਆ, ਬਾਅਦ ਚ ਸਮਾਂ ਜਿੰਨਾ ਕੁ ਲੱਗਦਾ ਉਹਨਾਂ ਕੁ ਪੜ੍ਹੀਦਾ। ਤੇ ਮੈਂ ਗੱਲ ਕਰਦਾ ਹੁੰਦਾ ਕਿ ਉਹਨਾਂ ਨੂੰ ਮੈਂ ਉਦਾਸੀਆਂ ਤੋਂ ਡਰਦੇ ਨਹੀਂ ਪੜ੍ਹਿਆ ਬਾਅਦ ਦੇ ਵਿੱਚ, ਕਿਉਂਕਿ ਉਸ ਤੋਂ ਬਾਅਦ ਜਿਵੇਂ ਇੱਧਰ ਗਾਇਕੀ ਵਾਲੇ ਫੀਲਡ ਦੇ ਵਿੱਚ ਆਏ, ਜਿੰਨਾ ਕੁ ਪੜ੍ਹਨ ਨੂੰ ਮਿਲਦਾ ਗਿਆ ਉਹ ਪੜ੍ਹਦੇ ਗਏ। ਅੱਛਾ, ਇਹ ਗੀਤ ਤੁਹਾਡਾ ਮੈਨੂੰ ਪਸੰਦ ਆਇਆ, ਜਿਹਦੇ 'ਚ ਟਰਾਲੀ ਮੋੜ ਕੇ ਪਿਛਾ ਲਾਉਣ ਦਾ ਫਨ ਤੁਸੀਂ ਦੱਸਿਆ ਨਵੀਂ ਨਸਲ ਨੂੰ, ਕਿ ਟਰਾਲੀ ਜਿਹੜਾ ਮੋੜ ਕੇ ਲਾ ਲੈਂਦਾ ਹੈ, ਜੱਟ ਦਾ ਪੁੱਤਰ ਉਹੀ ਹੁੰਦਾ ਹੈ। ਉਹਦੇ ਕੁਝ ਬੋਲ ਸੁਣਾਓ, ਫਿਰ ਉਹਦੀ ਮੈਂ ਬਾਅਦ 'ਚ ਉਹਦੇ ਬਾਰੇ ਵੀ ਤੁਹਾਡੇ ਕੋਲ ਪੁੱਛਾਂਗੇ ਕਿ ਇਹ ਜਿਹੜਾ ਏਡਾ ਸੋਹਣਾ ਤੁਸੀਂ ਇੱਕ ਜਿਹੜਾ ਕਿਸੇ ਨੇ ਇਸ ਤੋਂ ਪਹਿਲਾਂ ਨਹੀਂ ਧਿਆਨ ਮਾਰਿਆ ਉਹਦੇ ਵੱਲ, ਜਦੋਂ ਕਿ ਨਵੀਂ ਪੀੜ੍ਹੀ ਵੱਲ ਉਹਨਾਂ ਦੇ ਨੇੜੇ ਬੜਾ ਖਾਸ ਹੁੰਦਾ ਕਿ ਕਿਹੜਾ ਬੰਦਾ ਟਰਾਲੀ ਮੋੜ ਕੇ ਲਾ ਲੈਂਦਾ ਹੈ। ਹਾਂਜੀ, ਟਰਾਲੀ ਬੈਕ ਲਾਉਣਾ ਵੀ ਇੱਕ ਟੈਲੈਂਟ ਮੰਨਿਆ ਜਾਂਦਾ ਹੈ ਨਾ। ਤਾਂ ਗਾਣਾ ਅਸੀਂ ਮੇਰੀਆਂ ਸਟੇਜਾਂ ਤੇ ਕਾਫੀ ਤੇ ਅਸੀਂ ਗਾਉਂਦੇ, ਔਰ ਇੱਕ ਕਿਸਾਨ ਦੇ, ਇੱਕ ਜੱਟ ਦੇ ਪੁੱਤ ਦੇ ਵਿੱਚ ਕੀ ਹੋਣੇ ਚਾਹੀਦੇ ਗੁਣ। ਉਹ ਸੁਣ ਦੇਸੀਆਂ ਦੇ ਗੁਣ ਅਸੀਂ ਲਿਖੇ ਚੁਣ ਚੁਣ, ਉਹ ਸੁਣ ਦੇਸੀਆਂ ਦੇ ਗੁਣ ਅਸੀਂ ਲਿਖੇ ਚੁਣ ਚੁਣ, ਜੀਨੇ ਸਬਜੀ ਨਾ ਕਰਦੀ ਉਗਾਈ, ਕਾਦਾ ਉਹ ਪੁੱਤ ਜੱਟ ਦਾ ਉਹ ਜਿਹਨੂੰ ਬੈਕ ਨਾ ਟਰਾਲੀ ਲਾਉਣੀ ਆਈ, ਕਾਦਾ ਉਹ ਪੁੱਤ ਜੱਟ ਦਾ। ਹੋਰ ਇਹਦੇ ਵਿੱਚ ਹੈ ਜੀ ਕਿ ਗੰਨਾ ਚੂਪਿਆ ਨਾ ਹੱਥੀਂ ਆਪ ਪੱਟ ਕੇ, ਚਾਹ ਬਾਟੀ ਚ ਨਾ ਪੀਤੀ ਬਹਿ ਕੇ ਵੱਟ ਤੇ, ਤੂੜੀ ਧੁੱਪੇ ਨਾ ਢਵਾਈ, ਰਾਤ ਨੂੰ ਨਾ ਲਾਈ, ਨੱਕੇ ਮੋੜੇ ਨਾਲੇ ਕਹੀ ਨਾ ਚਲਾਈ, ਕਾਦਾ ਉਹ ਪੁੱਤ। ਕਿਆ ਬਾਤ ਹੈ। ਇਹ ਤੁਸੀਂ ਜਿਹੜਾ ਕ੍ਰਾਈਟੇਰੀਆ ਦੱਸਿਆ ਜੱਟ ਦੇ ਪੁੱਤਰ ਵਾਲਾ, ਇਹ ਤੁਸੀਂ ਆਪ ਵੀ ਇੱਥੇ ਪੂਰਾ ਉਤਰਿਓ ਮੈਨੂੰ ਲੱਗਦਾ ਪਹਿਲਾਂ। ਇਹ ਜਿਹੜਾ ਸਾਰਾ ਬਿਲਕੁਲ ਮੈਨੂੰ ਨਾ ਬਿਲਕੁਲ ਅਸੀਂ ਜਦੋਂ ਪੜ੍ਹਦੇ ਹੁੰਦੇ ਸੀ ਯੂਨੀਵਰਸਿਟੀ, ਤਾਂ ਉਦੋਂ ਜਦੋਂ ਵੀ ਪਿੰਡ ਆਈਦਾ ਤਾਂ ਮੈਨੂੰ ਬੜਾ ਸ਼ੌਂਕ ਸੀ, ਜਿਵੇਂ ਬੱਚਿਆਂ ਨੂੰ, ਜਵਾਕਾਂ ਨੂੰ ਨਾ ਟਰੈਕਟਰ ਚਲਾਉਣ ਦਾ ਬਹੁਤ ਸ਼ੌਂਕ ਹੁੰਦਾ ਹੈ। ਤੇ ਪਿੰਡ ਆ ਕੇ ਬਸ ਫਿਰ ਟਰੈਕਟਰ ਤੇ ਹੀ ਹੁੰਦੇ ਸਾਂ। ਤਾਂ ਉਹ ਸਾਡੇ ਉਦੋਂ ਮਿੱਟੀ ਲਿਆਉਣ ਦਾ ਬੜਾ ਦੌਰ ਸੀ, ਭਰਤ ਪੈਂਦੀ ਹੁੰਦੀ ਸੀ, ਤਾਂ ਅਸੀਂ ਟਿੱਬਿਆਂ ਤੋਂ ਮਿੱਟੀ ਲਿਆ ਕੇ ਪਿੰਡ, ਉੱਥੇ ਟਰਾਲੀ ਬੈਕ ਲਾਉਣ ਦਾ ਬੜਾ ਸੀਗਾ। ਤੇ ਉਹਨਾਂ ਵੇਲੇ ਫਿਰ ਪੂਰੀ ਸਾਡੀ ਟਰਾਲੀ ਬੈਕ ਲਾਉਣ ਚ ਤਾਂ ਪੂਰਾ ਸੀ ਉਹ ਹੁੰਦੇ ਸੀ, ਉੱਥੇ ਗੀਤ ਦਾ ਆਈਡੀਆ ਆਇਆ ਸਾਡੇ ਵਿੱਚ। ਅੱਛਾ, ਸਾਡੇ ਇੱਧਰ ਗੁਰਿੰਦਰ ਵੀਰ ਜੀ ਹੁੰਦਾ ਹੈ ਕਿ ਜਿਹੜੇ ਜੱਟਾਂ ਦੇ ਮੁੰਡੇ ਨੇ, ਖਾਂਦੇ ਪੀਂਦੇ, ਉਹਨਾਂ ਨੂੰ ਗਾਣਾ ਲੋਕ ਮਿਹਣਾ ਸਮਝਦੇ ਨੇ। ਆਮ ਬੰਦੇ ਜਿਹੜੇ ਕੰਮ ਮਿਲਮ ਨੇ, ਉਸ ਵੱਲੋਂ ਜੱਟਾਂ ਦਾ ਮੁੰਡਾ ਤੇ ਗਾਣ ਵਾਲੇ ਪਾਸੇ ਲੱਗ ਗਿਆ। ਤੇ ਤੁਹਾਨੂੰ ਵੀ ਕਦੀ ਇਹਦੀ ਕੋਈ ਗੱਲ ਸੁਣਨ ਨੂੰ ਮਿਲੀ ਕਿ ਪਹਿਲਾਂ ਜੀ ਹੁੰਦਾ ਹੀ ਹੈ। ਪਹਿਲਾਂ ਜਦੋਂ ਮੈਂ ਸਟਾਰਟਿੰਗ ਦੇ ਵਿੱਚ ਸੀ, ਮਾੜਾ ਮੋਟਾ ਮੈਨੂੰ ਸ਼ੌਂਕ ਸੀ, ਜਾਂ ਮੈਂ ਛੋਟੇ ਮੋਟੇ ਫੰਕਸ਼ਨਾਂ 'ਚ ਗਾਉਂਦਾ ਸੀ, ਤਾਂ ਲੱਗਦਾ ਸੀਗਾ ਮੰਮੀ ਪਾਪਾ ਹੋਰਾਂ ਨੂੰ ਵੀ ਇਹ ਕਿਹੜੇ ਪਾਸੇ ਹੋਈ ਜਾਂਦਾ ਹੈ। ਪੜ੍ਹਨ 'ਚ ਮੈਂ ਠੀਕ ਸੀਗਾ ਜੀ, ਪੜ੍ਹਾਈ ਦੇ ਵਿੱਚ ਠੀਕ ਸੀ, ਤਾਂ ਉਹਨਾਂ ਨੂੰ ਲੱਗਦਾ ਸੀ ਕੋਈ ਅਫਸਰ ਬਣੇ, ਕੋਈ ਜੋਬ ਮਿਲੇ ਇਹਨੂੰ ਲੱਗੇ। ਸ਼ੁਰੂ ਕਰਦੇ ਕਰਾਉਂਦੇ ਜਦੋਂ ਟੀਚਰ ਮੈਂ ਲੱਗ ਗਿਆ, ਤਾਂ ਫਿਰ ਉਹਨਾਂ ਨੂੰ ਇਹ ਹੋ ਗਿਆ ਵੀ ਚੱਲ ਹੁਣ ਇਹ ਸਿਕਿਉਰ ਹੋ ਗਿਆ, ਕੋਈ ਚੱਕਰ ਨਹੀਂ, ਗਵਰਨਮੈਂਟ ਜੋਬ ਮਿਲ ਗਈ ਹੈ, ਹੁਣ ਇਹ ਆਪਦਾ ਸ਼ੌਂਕ ਆ ਪੂਰਾ ਕਰ ਲਿਆ। ਸੋ ਥੋੜਾ ਤਾਂ ਹੁੰਦਾ ਜੀ, ਬਟ ਹੁਣ ਉਹ ਗੱਲਾਂ ਰਹੀਆਂ ਨਹੀਂ, ਹੁਣ ਤਾਂ ਠੀਕ ਹੋ ਗਿਆ ਸਾਰਾ। ਲੇਕਿਨ ਉਹ ਜਦੋਂ ਤੁਸੀਂ ਇਹ ਤੁਹਾਨੂੰ ਨਾਂ ਦਿੱਤਾ ਮਾਲਕ ਨੇ, ਪਰਮਾਤਮਾ ਨੇ ਤੁਹਾਨੂੰ, ਤੇ ਫਿਰ ਪਿੰਡ ਵਾਲੇ ਵੀ ਮਾਣ ਕਰਦੇ ਨੇ, ਤੇ ਸੱਜਣ ਬੇਲੀ ਵੀ ਮਾਣ ਕਰਦੇ ਨੇ ਕਿ ਅਸੀਂ ਗੁਰਵਿੰਦਰ ਬਰਾੜ ਦੇ ਪਿੰਡ ਦੇ ਹਾਂ ਜੀ। ਇਹ ਹਮੇਸ਼ਾ ਤੋਂ ਹੁੰਦਾ ਜਦੋਂ ਤੁਹਾਡਾ ਨਾਂ। ਅੱਛਾ, ਤੁਹਾਡੀ ਜਿਹੜੀ ਪਹਿਲੀ ਐਲਬਮ ਆਈ ਸੀ, ਉਹ ਪਤਾ ਲੱਗਾ ਕਿ ਉਸ ਤਰ੍ਹਾਂ ਨਹੀਂ ਗਈ, ਉਹ ਫਲਾਪ ਹੋ ਗਈ, ਔਰ ਉਸ ਤੋਂ ਬਾਅਦ ਜਿਹੜਾ ਹੌਸਲਾ ਮੰਨਣਾ ਹੁੰਦਾ ਹੈ, ਇਹ ਬੜਾ ਔਖਾ ਹੁੰਦਾ ਹੈ ਜੀ। ਇਹਦੇ ਬਾਰੇ ਤੁਸੀਂ ਸੁਣਨ ਵਾਲਿਆਂ ਨਵੀਂ ਪੀੜ੍ਹੀ ਨੂੰ ਦੱਸੋ ਕਿ ਕਿਵੇਂ ਤੁਸੀਂ ਫਿਰ ਉਹ ਤਾਕਤ ਫੜੀ, ਕਿਵੇਂ ਤੁਸੀਂ ਤਰਜੀਹ ਲਈ, ਔਰ ਫਿਰ ਤੁਸੀਂ ਅੱਗੇ ਜਾਰੀ ਕੀਤਾ ਸਫ਼ਰ। ਮੈਂ ਹਟਿਆ ਹੀ ਨਹੀਂ ਜੀ, ਸਹੀ ਤੁਹਾਨੂੰ ਦੱਸਾਂ। ਮੈਂ ਅੱਛਾ, ਵਾਹ ਵਾਹ। ਇਹ ਪਹਿਲੀ ਕੀ ਨਾਮ ਸੀ ਪਹਿਲੀ ਐਲਬਮ ਦਾ? ਪਹਿਲੀ ਐਲਬਮ ਸੀ ਜੀ ਨੰਬਰਦਾਰਾਂ ਦੇ ਦਰਵਾਜ਼ੇ,
ਫਿਰ ਸੀ ਜੀ ਉਸ ਕਮਲੀ ਦੀਆਂ ਯਾਦਾਂ, ਤੇ ਹਾਂ। ਉਸ ਤੋਂ ਪਿੱਛੇ ਮੇਰੀ ਇੱਕ ਐਲਬਮ ਆਈ ਸੀ ਜੀ ਸ਼ੌਂਕੀ, ਉਹ ਇੱਕ ਮੁੰਡਾ ਘੋੜੀਆਂ ਰੱਖਣ ਦਾ ਸ਼ੌਂਕੀ ਗੀਤ ਸੀ, ਇੱਕ ਡਿਊਟ ਸੀਗਾ ਉਹ। ਉਹ ਮੈਂ ਸੁਣਿਆ, ਮੁੰਡਾ ਘੋੜੀਆਂ ਰੱਖਣ ਦਾ ਸ਼ੌਕੀ, ਬੜਾ ਪਪੂਲਰ ਗੀਤ ਤੁਹਾਡਾ। ਉਹ ਬਹੁਤ ਇਹ ਪਪੂਲਰ ਸਭ ਜੀ, ਤੋਂ ਉਹ ਤਾਂ ਪਹਿਲਾਂ ਪਪੂਲਰ ਹੋਇਆ ਜੀ ਘੋੜੀਆਂ ਵਾਲਾ, ਹਾਂਜੀ ਜਿਹਨੇ ਹਾਂਜੀ ਬਹੁਤ ਜਿਹਨੇ ਪਪੂਲਰ, ਉਹਦੇ ਨਾਲ ਪ੍ਰੋਗਰਾਮ ਕਾਫੀ ਹੋ ਗਏ ਸੀ ਅੱਛਾ ਅੱਛਾ ਵਾਹ ਜੀ। ਨਾ ਜੀ। ਇਹ ਘੋੜੀਆਂ ਵਾਲਾ, ਇਹ ਜ਼ਰੂਰ ਮੇਰਾ ਦਿਲ ਕਰਦਾ ਹੈ ਕਿ ਕੋਈ ਤੁਹਾਡੇ ਕੋਲੋਂ ਇਹਦੇ ਕੋਈ ਅੰਤਰਾ ਸਥਾਈ ਸੁਣੀਏ, ਤਾਂ ਕਿ ਇਹਦਾ ਰਿਦਮ ਬੜਾ ਪਿਆਰਾ ਹੈ, ਮੇਰੇ ਆਪਣੇ ਦਿਲ ਨੂੰ ਬੜਾ ਸੁਣਾ ਦੇਣਾ ਸਵਾਦ ਜੀ ਐਕਚੁਅਲੀ। ਜੀ। ਹਾਂਜੀ ਹਾਂਜੀ ਬੀਟ Song ਆਇਆ ਸੀ ਜਦੋਂ ਪ੍ਰੋਗਰਾਮ ਕਰਦੇ ਨੇ ਹੁਣ ਵਿਆਹ ਸ਼ਾਦੀ ਦੇ, ਤਾਂ ਉਹਨਾਂ ਦੇ ਵਿੱਚ ਮੈਂ ਕਈ ਵਾਰ ਗੀਤ ਦੀ ਫਰਮਾਇਸ਼ ਕੀਤੀ ਹੈ, 2-3 ਵਾਰ ਇਹ ਗੀਤ ਲੱਗ ਜਾਂਦਾ, ਤੇ ਮੈਂ ਸੁਣਾ ਦੇਣਾ ਤੁਹਾਨੂੰ। ਜੀ ਜੀ ਜ਼ਰੂਰ, ਬਹੁਤ ਮਿਹਰਬਾਨੀ। ਇਹ ਜੀਜੇ ਸਾਲੀ ਦਾ ਗਾਣਾ ਜੀ, ਐਕਚੁਅਲੀ ਸਾਲੀ ਤੇ ਜੀਜੇ ਦਾ ਇੱਕ ਦੂਜੇ ਨਾਲ ਮਤਲਬ ਗੱਲਬਾਤ ਹੈ ਜੀ। ਆਓ ਬੈਠੋ ਕੋਲ ਜੀਜਾ ਜੀ, ਪਿਆਰ ਨਾਲ ਦੱਸੋ ਉਹਨਾਂ ਬਾਰੇ ਮੈਨੂੰ ਜ਼ਰਾ ਵਿਸਥਾਰ ਨਾਲ ਦੱਸੋ। ਉਹ ਜਵਾਬ ਦਿੰਦਾ ਜੀ, ਉਹ ਕੱਦ 6 ਫੁੱਟ ਪੂਰਾ ਜਰਵਾਣਾ ਗੱਭਰੂ ਨੀ ਸੋਹਣਾ ਸਾਊ ਤੇ ਸੁਨੱਖਾ ਬੜਾ ਸਿਆਣਾ ਗੱਭਰੂ, ਹੋਵੇ ਖੇਡਣ ਹੱਸਣ ਦਾ ਸ਼ੌਂਕੀ ਨੀ ਜਿਹੜਾ ਤੇਰਾ ਵਰ ਲੱਭਿਆ ਨੀ ਮੁੰਡਾ ਘੋੜੀਆਂ ਰੱਖਣ ਦਾ ਸ਼ੌਂਕੀ, ਉਹ ਜਿਹੜਾ ਤੇਰਾ ਵਰ ਲੱਭਿਆ ਨੀ ਮੁੰਡਾ ਘੋੜੀਆਂ ਰੱਖਣ ਦਾ ਸ਼ੌਂਕੀ। ਉਹ ਮੁੰਡਿਆਂ 'ਚ ਕਹਿੰਦੇ ਪੂਰਾ ਮਾਣ ਸਤਿਕਾਰ ਹੈ, ਨੀ ਪਿੰਡ ਦੇ ਕਲੱਬ ਦਾ ਉਹ ਖਾਸ ਅਹੁਦੇਦਾਰ ਹੈ। ਹੋ ਜਾ ਜਿਹਾ ਚੜੇ ਜਾ ਗੱਲ ਦੱਸ ਸਾਰੀ, ਹੈ ਗੁੰਦਵਾਂ ਸਰੀਰ ਚੰਗਾ ਕੌਡੀ ਦਾ ਖਿਡਾਰੀ, ਦੁੱਧ ਦਹੀਂ ਤੇ ਮੱਖਣ ਦਾ ਸ਼ੌਂਕੀ, ਜਿਹੜਾ ਤੇਰਾ ਵਰ ਲੱਭਿਆ ਨੀ ਮੁੰਡਾ ਘੋੜੀਆਂ ਰੱਖਣ ਦਾ ਸ਼ੌਂਕੀ। ਵਾਹ ਵਾਹ, ਇਹ ਤੇ ਆਈਡੀਅਲ ਹੈ ਜੀ ਕਿਸੇ ਲਈ, ਕਿਸੇ ਜੱਟੀ ਵਾਸਤੇ ਇਹੋ ਜਿਹਾ ਮੁੰਡਾ ਆਈਡੀਅਲ ਜਿਹੜਾ ਤੁਸੀਂ ਲੱਭਿਆ ਹੈ। ਆਈਡੀਅਲ ਜੀ, ਉਹ ਸਾਰੀਆਂ ਮਤਲਬ ਇੱਕ ਨਾ ਵਧੀਆ ਖੁਸ਼ਹਾਲ ਫੈਮਿਲੀ ਹੈ, ਉਹਦਾ ਜਿਹੜਾ ਕਰੈਕਟਰਾਈਜ਼ ਕੀਤਾ। ਹਾਂਜੀ ਜੀ, ਜੱਟਾਂ 'ਚ ਖੁਸ਼ਹਾਲ ਦੀ ਇਹੀ ਨਿਸ਼ਾਨੀਆਂ ਸਾਰੀਆਂ। ਤੇ ਅੱਛਾ ਸਰ, ਤੁਸੀਂ ਅਮਨ ਦੀ ਗੱਲ ਬੜੀ ਕੀਤੀ ਆਪਣੀ ਸ਼ਾਇਰੀ 'ਚ, ਭਾਈਚਾਰੇ ਦੀ ਗੱਲ ਕੀਤੀ, ਬਲਕਿ ਦੋਵਾਂ ਮੁਲਕਾਂ ਦੇ ਮੁਹੱਬਤ ਦੀ ਵੀ ਗੱਲ ਕੀਤੀ। ਇੱਕ ਤੁਹਾਡਾ ਗੀਤ ਹੈ ਕਿ ਅਗਰ ਇਹ ਦੋਵੇਂ ਹੀ ਮੁਲਕ ਇਕੱਠੇ ਹੋ ਜਾਣ ਤਾਂ ਪੂਰੀ ਦੁਨੀਆ ਦੇ ਭਾਰੀ ਹੋ ਸਕਦੇ ਨੇ। ਹਾਂਜੀ ਜੀ ਜੀ, ਉਹ ਬਹੁਤ ਵੱਡਾ ਪੈਗਾਮ ਹੈ। ਮਿਹਰਬਾਨੀ ਜੀ। ਉਹ ਕਿਉਂਕਿ ਪਾਕਿਸਤਾਨ ਵਾਲੀ ਸਾਈਡ ਤੋਂ ਬਹੁਤ ਸਾਰੇ ਦੋਸਤ ਮਿੱਤਰ ਜਿਨ੍ਹਾਂ ਦੀਆਂ ਕਾਲਸ ਆਉਂਦੀਆਂ ਰਹਿੰਦੀਆਂ, ਜਿਹੜੇ ਗੀਤ ਸੁਣਦੇ ਨੇ ਜਾਂ ਅੱਗੇ ਕਰਦੇ ਨੇ, ਤਾਂ ਬਹੁਤ ਮਨ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਤੁਹਾਨੂੰ ਪਤਾ ਹੀ ਹੈ ਕਿ ਮੁਹੱਬਤਾਂ ਦੋਨੇ ਪਾਸੇ ਨੇ, ਹਨਾ। ਤਾਂ ਉਹ ਮੈਂ ਲਿਖਿਆ ਕਿ ਉਹ ਸੀਗਾ ਕਿ ਜੇ ਇੰਡੀਆ ਤੇ ਪਾਕਿਸਤਾਨ ਦੀ ਯਾਰੀ ਹੋ ਜਾਵੇ, ਜੀ ਇੰਡੀਆ ਤੇ ਪਾਕਿਸਤਾਨ ਦੀ ਯਾਰੀ ਹੋ ਜਾਵੇ, ਦੋਹਾਂ ਦੀ ਹੀ ਦੁਨੀਆ ਤੇ ਸਰਦਾਰੀ ਹੋ ਜਾਵੇ। ਵਾਹ ਵਾਹ ਵਾਹ, ਦੋਹਾਂ ਦੀ ਹੀ ਦੁਨੀਆ ਤੇ ਸਰਦਾਰੀ ਹੋ ਜਾਵੇ ਜੀ। ਕਹਿੰਦਾ ਰੂਸ, ਚੀਨ, ਅਮਰੀਕਾ ਸਭ ਨੂੰ ਥੱਲੇ ਲਾ ਲਈਏ, ਵੇਚ ਕੇ ਤੋਪਾਂ ਆਪੇ ਵੀ ਫਿਰ ਗੱਲੇ ਲਾ ਲਈਏ। ਵਾਹ 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 ਵਾਹ, ਸਾਰੀਆਂ ਸੁਪਰ ਪਾਵਰ ਥੱਲੇ ਲੱਗ ਜਾਣਗੀਆਂ। ਹਾਂਜੀ, ਵੇਚ ਕੇ ਤੋਪਾਂ ਆਪਾਂ ਵੀ ਫਿਰ ਗੱਲੇ ਲਾ ਲਈਏ, ਇੱਕੋ ਮਾਂ ਦੇ ਜਾਇਆਂ ਵਿੱਚ ਵਫਾਦਾਰੀ ਹੋ ਜਾਵੇ, ਤੇ ਦੋਹਾਂ ਦੀ ਹੀ ਦੁਨੀਆ ਤੇ ਸਰਦਾਰੀ ਹੋ ਜਾਵੇ। ਅੱਛਾ, ਇਹ ਗੀਤ ਕਿਸ ਤਰ੍ਹਾਂ ਗਿਆ ਤੁਹਾਡਾ ਜੀ, ਇਹ ਜੋ ਤੁਸੀਂ ਗਾਇਆ ਹੈ? ਇਹ ਮੈਂ ਰਿਕਾਰਡ ਕਰਵਾਇਆ ਜੀ, ਹੁਣੇ ਕਰਾਂਗੇ ਰਿਲੀਜ਼। ਇਹ ਰਿਲੀਜ਼ ਨਹੀਂ ਕੀਤਾ ਮੈਂ, ਕਈ ਸਟੇਜ ਸ਼ੋਜ਼ ਤੇ ਗਾਇਆ ਵੈਸੇ। ਅੱਛਾ, ਅਜੇ ਰਿਲੀਜ਼ ਨਹੀਂ ਹੋਇਆ ਹੈ? ਇਹ ਜੇ ਰਿਲੀਜ਼ ਨਹੀਂ ਹੋਇਆ, ਜੇ ਆਇਆ ਨਹੀਂ ਹੈ ਜੀ? ਮੇਰੇ ਫਿਰ ਆਵਾਜ਼ ਫਿਰ ਥੋੜੀ ਟੈਕਨੀਕਲ ਪ੍ਰੋਬਲਮ ਹੋ ਜਾਂਦੀ ਸੀ। ਹਾਂਜੀ ਹਾਂਜੀ ਠੀਕ ਹੈ। ਮੈਂ ਕਹਿ ਰਿਹਾ ਸੀ ਕਿ ਇਹ ਗਾਣਾ ਜੇ ਰਿਲੀਜ਼ ਨਹੀਂ ਹੋਇਆ, ਇਹ ਗੀਤ। ਹੈਲੋ, ਹਾਂਜੀ ਹਾਂਜੀ, ਇਹ ਅਜੇ ਤੱਕ ਰਿਲੀਜ਼ ਨਹੀਂ। ਅੱਛਾ, ਇਹ ਕੋਈ ਆ ਰਹੀ ਆਵਾਜ਼ ਆ ਰਹੀ ਜੀ? ਹਾਂਜੀ ਹੁਣ ਆ ਰਹੀ ਹੈ, ਥੋੜੀ ਆਵਾਜ਼ ਬੰਦ ਹੋ ਗਈ ਸੀ ਮੈਨੂੰ ਹੈਡਫੋਨ। ਹਾਂਜੀ, ਵਿੱਚ ਹੋ ਜਾਂਦਾ ਜੋ ਨੈਟਵਰਕ ਦਾ ਨਾ। ਤੇ ਅੱਛਾ, ਇਹ ਜਿੱਡੇ ਸੋਹਣੇ ਦੇ ਬੋਲ ਨੇ ਨਾ ਜਨਾਬ ਇਹਦੇ,
ਇਹ ਮੇਰੀ ਬੇਨਤੀ ਹੈ ਕਿ ਜ਼ਰਾ ਗੁਰਗੁਣਾ ਦਿਓ ਇਹੀ ਦੋ ਸ਼ੇਰ ਨਾ, ਇਹ ਤੇ ਬੜਾ ਵੱਡਾ ਖਾਬ ਹੈ ਜੀ, ਅਮਨ ਦੀ ਆਸ਼ਾ ਦਾ ਜੀ। इंशाअल्लाह जरूर मालिक मेहर करे, मैं ये गाना रिकॉर्ड करवाना ਜੀ 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 ਜ਼ਰੂਰ। रिलीज कर। ਅੱਛਾ, ਹੁਣ ਤੱਕ ਤੁਹਾਡੇ ਕਿੰਨੇ ਕੁ ਤੁਸੀਂ ਗੀਤ ਲਿਖ ਚੁੱਕੇ ਹੋ ਆਪ, ਗੀਤ ਨਗਾਰ ਹੋ ਸ਼ਾਇਰ ਦੇ ਤੌਰ ਤੇ? ਹੋਰ ਵੀ ਲੋਕਾਂ ਤੁਹਾਡੇ ਗਾਏ ਨੇ ਗੀਤ ਤੁਹਾਡੇ ਤੋਂ ਇਲਾਵਾ, ਇਹ ਸਿਰਫ ਆਪਣੇ ਵਾਸਤੇ ਲਿਖਦੇ ਹੋ? मेरे ख्याल आवाज फिर बंद हो चुकी। ਹਾਂਜੀ, ਥੋੜਾ ਨੈਟਵਰਕ ਮਸਲਾ ਆ ਰਿਹਾ ਹੈ ਉਹਦਾ। ਹਾਂਜੀ, ਆਵਾਜ਼ ਦਾ ਆ ਰਿਹਾ ਸੀ। ਅੱਛਾ, ਚਲੋ ਮੈਂ ਹੈਡਫੋਨ ਲਾ ਇਹਦਾ ਕੇ ਇੱਕ ਹਾਲੇ ਬਰਾੜ ਜੀ ਤੁਸੀਂ ਹੁਣ ਆਈ ਆਵਾਜ਼? ਹਾਂਜੀ ਹਾਂਜੀ ਆ ਰਹੀ ਹੈ। ਅੱਛਾ, ਕੀ ਕਹਿ ਰਹੇ ਸੀ ਜੀ ਤੁਸੀਂ? ਮੈਂ ਕਿਹਾ ਤੁਸੀਂ ਗੀਤ ਆਪਣੇ ਵਾਸਤੇ ਲਿਖੇ ਨੇ ਸਾਰੇ, ਜਾਂ ਤੁਹਾਡੇ ਗੀਤ ਕਿਸੇ ਹੋਰ ਨੇ ਵੀ ਗਾਏ ਨੇ? ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਮੇਰੇ ਆਪਣੇ ਗੀਤ ਵੀ ਆਪਣੇ ਨੇ। ਮੇਰੇ ਖਿਆਲ ਬਾਹਰ ਸਾਡੇ ਜਿਹੜੇ ਇੱਧਰ ਸਿੰਗਰ ਨੇ ਕਾਫੀ, ਮੇਰੇ ਗੀਤ 135-40 ਦੇ ਕਰੀਬ ਬਾਹਰਲੇ ਸਿੰਗਰਸ ਨੇ ਗਾਏ ਨੇ ਜੀ ਗਾਣੇ ਜਿਹੜੇ ਨਾਮ। ਅੱਛਾ ਵਾਹ। ਅੱਛਾ, ਇਹ ਵੀ ਹੁੰਦਾ ਹੈ ਗੁਰਵਿੰਦਰ ਵੀਰ ਜੀ, ਜਦੋਂ ਤੁਹਾਡਾ ਗੀਤ ਕੋਈ ਬੰਦਾ ਹੋਰ ਗਾਉਂਦਾ ਹੈ ਤੇ ਉਹਨੂੰ ਬੜਾ ਮੁਕਾਮ ਮਿਲਦਾ, ਤੇ ਕਦੇ ਦਿਲ ਚ ਕਸਕ ਹੋਵੇ ਯਾਰ ਕਿ ਮੈਂ ਆਪ ਹੀ ਗਾ ਲੈਂਦਾ, ਲਿਖਿਆ ਤੇ ਮੈਂ ਸੀ, ਜਾਂ ਮੈਂ ਨਾ ਦਿੰਦਾ, ਕਦੀ ਹੁੰਦਾ ਵੀ ਦਿਲ ਚ? ਨਹੀਂ, ਖੈਰ ਮੇਰੇ ਬਹੁਤਾ ਨਹੀਂ ਹੋਇਆ, ਕਿਉਂਕਿ ਇਹ ਏਦਾਂ ਮੈਂ ਨਹੀਂ ਕਦੀ ਸੋਚਿਆਗਾ। ਤੇ ਕਿਉਂਕਿ ਹੁਣ ਮੈਂ ਗਾਇਕੀ ਚ ਆ ਗਿਆ, ਮੈਂ ਹੁਣ ਲਿਖਣਾ ਬਾਹਰ ਲਈ ਥੋੜਾ ਘੱਟ ਹੈ। ਜੇ ਕੋਈ ਸਪੈਸ਼ਲੀ ਕਹਿੰਦਾ ਤਾਂ ਮੈਂ ਲਿਖ ਦਿੰਦਾ, ਅਦਰਵਾਈਜ਼ ਜ਼ਿਆਦਾ ਨਹੀਂ ਲਿਖਿਆ ਜਾਂਦਾ। ਜ਼ਾਹਿਰ ਹੈ ਜੀ, ਉਹ ਤੁਹਾਨੂੰ ਚੰਗਾ ਲੱਗਦਾ ਹੈ ਤੇ ਲੋਕ ਤੁਹਾਨੂੰ ਕਹਿੰਦੇ ਨੇ ਕਿ ਸਾਡੇ ਵਾਸਤੇ ਲਿਖੋ, ਤੇ ਇਹ ਬੜੀ ਗੱਲ ਹੁੰਦੀ ਹੈ। ਤੁਹਾਡਾ ਜ਼ਰਫ ਜਿਹੜਾ ਨਾ, ਜੋ ਉਹ ਸੂਫੀ ਹਮੇਸ਼ਾ ਦਿੰਦੇ ਹੀ ਨੇ, ਤੇ ਤੁਸੀਂ ਜਿਹੜਾ ਸਿੱਖਿਆ ਆਪਣੇ ਉਸਤਾਦਾਂ ਕੋਲ ਤੁਸੀਂ ਦੇ ਕੇ ਰਾਜ਼ੀ ਰਹਿੰਦੇ ਹੋ। ਵਰਨਾ ਆਮ ਤੌਰ ਤੇ ਬੰਦਾ ਆਪਣਾ ਗੀਤ ਕਿਸੇ ਨੂੰ ਕੱਟ ਦਿੰਦਾ ਹੈ, ਉਹਨੂੰ ਲੱਗਦਾ ਹੈ ਕਿ ਮੈਨੂੰ ਯਾਰ ਮੇਰੇ ਗੀਤਾਂ ਨੂੰ ਜਿਹੜੀ ਇੱਜ਼ਤ ਮਿਲਦੀ ਹੈ, ਜਿਹੜਾ ਮਿਲਦਾ ਉਹ ਮੈਨੂੰ ਕਿਉਂ ਨਾ ਮਿਲੇ। ਹਾਂਜੀ, ਬਟ ਇੰਨਾ ਤੁਸੀਂ ਰਿਕਾਰਡ ਨਹੀਂ ਨਾ ਜੀ ਕਰ ਸਕਦੇ, ਕਿਉਂਕਿ ਮੈਂ ਲਿਖਣ ਮਾਲਕ ਦੀ ਮਿਹਰ ਨਾਲ ਲਿਖਿਆ, ਬਹੁਤ ਗੀਤ ਬਹੁਤ ਜ਼ਿਆਦਾ ਲਿਖੇ ਪਏ। ਸੋ ਇਹਨਾਂ ਤਾਂ ਫਿਰ ਇਹ ਹੁੰਦਾ ਕਿ ਜਿਹੜੀ ਢੁਕਵੀਂ ਆਵਾਜ਼ ਇਹਨੂੰ ਮਿਲ ਜੇ ਤਾਂ ਬਿਹਤਰ ਹੈ। ਤੇ ਤੁਸੀਂ ਬਾਹਰ ਵੀ ਕਿਤੇ ਕੀਤੇ ਜੀ ਸ਼ੋਅ ਦੁਨੀਆ ਭਰ ਚ, ਇੰਡੀਆ ਤੋਂ ਬਾਹਰ? ਹਾਂਜੀ ਹਾਂਜੀ ਹਾਂਜੀ, ਬਿਲਕੁਲ। ਅੱਛਾ ਵਾਹ, ਕੈਨੇਡਾ ਵਗੈਰਾ ਵੀ? ਹਾਂਜੀ ਹਾਂਜੀ, ਕੈਨੇਡਾ ਕਾਫੀ ਵਾਰ। ਕੈਨੇਡਾ ਹੀ ਤਾਂ ਬੜਾ ਮਿਲਦਾ ਜੀ ਮਾਣ ਪੰਜਾਬੀ ਨੂੰ, ਬੜਾ ਉੱਥੇ ਲੋਕ ਲੱਗਦਾ ਬਹੁਤ। ਸ਼ਿਵ ਦੀ ਕਿਤਾਬ ਜਿਹੜੀ ਕੈਸੇਟ ਸੀ ਜੀ ਪੂਰੀ, ਉੱਥੇ ਇੰਨਾ ਜ਼ਿਆਦਾ ਮਾਣ ਸਤਿਕਾਰ ਮਤਲਬ ਮਿਲਿਆ। ਮੈਂ ਹੁਣ ਵੀ ਜਦੋਂ ਵੀ ਜਾਈਦਾ ਬਾਹਰ ਤਾਂ ਬਹੁਤ ਜ਼ਿਆਦਾ ਉਸ ਨੂੰ ਐਪਰੀਸੀਏਸ਼ਨ ਮਿਲਦੀ। ਅੱਛਾ, ਜਿੱਡੇ ਚੰਗੇ ਤੁਸੀਂ ਤੁਹਾਡੇ ਕੋਲੋਂ ਮਾਲਕ ਨੇ ਗੀਤ ਲਿਖਵਾਏ ਨੇ, ਇਹ ਕਿਤਾਬੀ ਸ਼ਕਲ 'ਚ ਵੀ ਹੋਣੇ ਚਾਹੀਦੇ ਨੇ, ਤਾਂ ਕਿ ਸ਼ਾਇਰਾਂ 'ਚ ਵੀ ਨਾ ਇੱਕ ਸ਼ਾਇਰੀ ਪੜ੍ਹਨ ਵਾਲਿਆਂ ਨੂੰ ਵੀ ਕੋਈ ਉਹਨਾਂ ਤੱਕ ਵੀ ਅਪੜ ਜਾਣਾ ਜੀ। ਹਾਂਜੀ, ਮੇਰੀ ਵੀ ਇਹ ਤਮੰਨਾ ਹੈ ਕਿ ਮੈਂ ਕਿਤਾਬ ਦੀ ਰੂਪ ਦੇਵਾਂ ਇਹਨਾਂ ਨੂੰ, ਕਿਤਾਬ ਛਪਾਈ ਜਾਵੇ, ਔਰ ਜਲਦੀ ਕੋਸ਼ਿਸ਼ ਹੈ ਸਾਡੀ ਕਿ ਜਲਦੀ ਜਲਦੀ। ਅੱਛਾ, ਰਿਆਜ਼ ਰੋਜ਼ ਕਰਦੇ ਹੋ ਤੁਸੀਂ? ਰਿਆਜ਼ ਕਿੰਨਾ ਟਾਈਮ ਦਿੰਦੇ ਹੋ ਰੋਜ਼ ਇਹਨੂੰ? ਬਸ ਜੀ ਟਾਈਮ ਜਿੰਨਾ ਹੋ ਸਕੇ ਦੇ ਦਿੱਤਾ। ਹੁਣ ਤੁਹਾਨੂੰ ਪਤਾ, ਹੁਣ ਤਾਂ ਫ੍ਰੀ ਆਂ ਰਿਆਜ਼ ਕਰਨ ਦੀ ਹੈ। ਨਹੀਂ ਤਾਂ ਇਹ ਵੀ ਚੰਗਾ ਹੋਇਆ ਜੀ। ਹਾਂਜੀ, ਵਧੀਆ। ਹਰ ਮਾੜੀ ਗੱਲ ਵੀ ਚੰਗੀਆਂ ਗੱਲਾਂ ਹੁੰਦੀਆਂ ਨੇ। ਕਰੋਨਾ ਨੇ ਵੀ ਬੜੇ ਬੰਦਿਆਂ ਨੂੰ ਆਪਣੇ ਆਪ ਨਾਲ ਮਿਲਾਇਆ ਹੈ। ਹਾਂਜੀ, ਆਪਣੇ ਆਪ ਨਾਲ, ਇਹ ਤਾਂ ਹੈ। ਉਹ ਆਪਣੇ ਆਪ ਨਾਲ ਮੇਲ ਕਰਾਇਆ, ਵਰਨਾ ਦੁਨੀਆ ਭੱਜੀ ਪਈ ਸੀ, ਔਰ ਆਪਣਾ ਆਪ ਕਿਤੇ ਪਿੱਛਾ ਨਹੀਂ ਛੱਡ ਆਏ ਸਨ। ਹਾਂ, ਏਦਾਂ ਕੁਦਰਤ ਦੇ ਨੇੜੇ ਕੀਤਾ ਜੀ। ਵੈਸੇ ਕਈ ਚੀਜ਼ਾਂ ਤਾਂ ਰੱਬ ਵੱਲੋਂ ਹੁੰਦੀਆਂ ਜਿਹੜੀਆਂ। ਅੱਛਾ, ਤੁਸੀਂ ਇਸ ਹਵਾਲੇ ਨਾਲ ਵੀ ਕੁਝ ਗੀਤ ਲਿਖਿਆ ਜਿਹੜੇ ਅੱਜ ਕੱਲ੍ਹ ਦੇ ਹਾਲਾਤ ਪਿਛਲੇ 5 ਮਹੀਨੇ ਦੁਨੀਆ ਤੇ ਬੜੇ ਔਖੇ ਲੰਘੇ ਨੇ, ਇਸ ਹਵਾਲੇ ਨਾਲ ਤੁਹਾਡੇ ਜ਼ਿਹਨ 'ਚ ਆਇਆ ਕੋਈ ਚੀਜ਼, ਕੋਈ ਸ਼ੇਰ? ਹਾਂਜੀ, ਮੈਂ ਲਿਖਿਆ ਕਾਫੀ ਕੁਛ ਬਾਅਦ ਦੇ ਵਿੱਚ ਰਿਕਾਰਡ ਕਰਾ ਕੇ ਸਭ ਨਾਲ ਸਾਂਝਾ ਕਰਾਂਗੇ। ਇਸ ਦੌਰ 'ਚ ਕਾਫੀ ਕੁਛ ਜ਼ਾਹਿਰ ਹੈ ਜੀ, ਗੀਤਕਾਰ ਅਹਿਸਾਸ ਹੁੰਦਾ, ਉਹ ਮੁਤਾਸਰ ਤੇ ਹੁੰਦਾ ਨਾ ਜੀ, ਕਿ ਘਰ ਬੈਠਾ ਹੈ ਉਹਨੂੰ ਮਹਿਸੂਸ ਹੁੰਦਾ ਹੈ। ਨਰਿੰਦਰਪਾਲ ਕਾਂਗਰੀ ਵੀ ਤੁਹਾਨੂੰ ਵਡਿਆ ਰਹੇ ਨੇ। ਅੱਛਾ, ਇਧਰੋਂ ਤੁਹਾਨੂੰ ਕਿਹੜਾ ਗੀਤਕਾਰ ਪਸੰਦ ਹੈ ਲਹਿੰਦੇ ਪੰਜਾਬ ਵੱਲੋਂ? ਮੈਨੂੰ ਜੀ ਸਮੁੱਚੇ ਰੂਪ ਦੇ ਵਿੱਚ ਹੀ ਅਸੀਂ ਕਾਫੀ ਸੁਣਦੇ ਰਹਿੰਦੇ ਹਾਂ ਜੀ। ਤੇ ਸ਼ੁਰੂ ਦੇ ਵਿੱਚ ਸਾਡੇ ਜਦੋਂ ਮੈਂ ਸੁਰਤ ਸੰਭਾਲੀ ਹੈ ਤਾਂ ਅਤਾਉੱਲਾ ਖਾਨ ਸਾਹਿਬ ਦੇ ਗਾਣੇ ਅਸੀਂ ਸੁਣਦੇ ਰਹੇ। ਤਾਂ ਉਹਦੇ ਇੱਧਰ ਹੋਰ ਕੈਸਟ ਬਹੁਤ ਚਲੀ ਸੀ, ਅਕਰਮ ਰਾਹੀ ਸਾਹਿਬ ਹੋਰਾਂ ਦੀ। ਹਾਂਜੀ, ਅਕਰਮ ਰਾਹੀ ਵਾਹ। ਹਾਂਜੀ, ਤੇ ਨੁਸਰ ਸਾਹਿਬ ਨੂੰ ਤਾਂ ਫਿਰ ਆਪਾਂ ਸਮੁੱਚੇ ਰੂਪ ਚ ਸਾਰੇ ਪੰਜਾਬੀ ਕੀ, ਉਹਨੂੰ ਤਾਂ ਉਹਨਾਂ ਨੂੰ ਤਾਂ ਸਾਰੀ ਪੂਰੀ ਦੁਨੀਆ ਉਹਨਾਂ ਨੂੰ ਮੰਨਦੀ, ਪਿਆਰ ਕਰਦੀ ਜੀ, ਮੰਨਦੀ। ਹਾਂਜੀ ਹਾਂਜੀ, ਸੋ ਸਮੁੱਚੀ ਸ਼ਾਇਰੀ ਹੀ ਪਸੰਦ ਹੈ ਜੀ। ਬਹੁਤ ਅੱਛਾ ਜਿਹੜੀ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਉਦਾਸ ਗਾਣੇ, ਤੁਹਾਨੂੰ ਦੱਸਿਆ ਜਵਾਨੀ ਦੇ ਵਿੱਚ ਬੰਦਾ ਬਹੁਤ ਸੁਣਦਾ, ਤੇ ਉਦੋਂ ਬਹੁਤ ਗੀਤ ਸੁਣੇ, ਕਿਉਂਕਿ ਸੈਡ ਸੌਂਗਸ ਬਹੁਤ ਇੱਧਰੋਂ ਜਿਹੜੇ ਆਉਂਦੇ ਸੀਗੇ, ਅਸੀਂ ਕਾਫੀ ਸੁਣਦੇ ਸੀ।
ਇਹ ਦੁੱਖ ਜਿਹੜਾ ਨਾ ਜੀ, ਇਹ ਸੈਡ Song ਦੇ ਅੰਦਰ ਜ਼ਿਆਦਾ ਵੱਜਦਾ ਹੈ ਜੀ। ਜੀ 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 ਉਹ ਕਹਿੰਦੇ ਨੇ ਸੂਫੀਆ ਦਾ ਕਹਿਣਾ ਹੈ ਕਿ ਦੁੱਖ ਸਦਾ, ਮੀਆਂ ਮੁਹੰਮਦ ਬਖਸ਼ ਦਾ ਸ਼ੇਰ ਹੈ, ਦੁੱਖ ਸਦਾ ਸੁਖ ਗਾਹੇ ਗਾਹੇ, ਜੀ ਦੁੱਖਾਂ ਤੋਂ ਸੁਖ ਵਾਰੇ, ਤੇ ਦੁੱਖ ਕਬੂਲ ਮੁਹੰਮਦ ਬਖਸ਼ਾ ਰਾਜ਼ੀ ਰਹਿਣ ਪਿਆਰੇ। ਵਾਹ ਵਾਹ। ਤੇ ਉਹ ਅਕਰਮ ਰਾਹੀ ਅਸੀਂ ਵੀ ਸੁਣਿਆ ਜੀ ਆਪਣੀ ਜਵਾਨੀ 'ਚ, ਉਹਨਾਂ ਦਾ ਕਿਸਟ ਆਇਆ ਸੀ, ਦਰਦਾਂ ਦਾ ਰਾਹੀ ਅਕਰਮ ਰਾਹੀ। ਹਾਂਜੀ ਤੇ ਬੜੇ ਨੌਜਵਾਨ ਜਿਹੜੇ ਇਸ਼ਕ 'ਚ ਨਾਕਾਮ ਹੋਏ ਸਨ ਵਿਚਾਰੇ ਸੁਣਦੇ ਸਨ। ਅਤਾਉਲਾ ਤੇ ਦੁਨੀਆ ਤੋਂ ਅਸੀਂ ਰੋਂਦੇ ਰਹੇ, ਤੇਰੀਆਂ ਜੁਦਾਈਆਂ, ਉਹਦੀਆਂ ਜੁਦਾਈਆਂ ਵਾਲੇ ਦਾਗ ਧੋਂਦੇ ਰਹੇ। ਇਹ ਗਾਣਾ ਮੈਂ ਨਿੱਕੇ ਛੋਟੇ ਹੁੰਦੇ ਸੀ ਤੇ ਉਹ ਕਾਫੀ ਸੁਣਿਆ। ਅੱਛਾ, ਜਿੰਨੇ ਤੁਹਾਡੇ ਭਰਾ ਜੀ ਲਹਿੰਦੇ ਪੰਜਾਬ 'ਚ ਲੋਕ ਪਿਆਰ ਕਰਨ ਵਾਲੇ ਨੇ, ਸੁਣਨ ਵਾਲੇ ਨੇ, ਤੇ ਤੁਹਾਡੇ ਕਦੇ ਵੀ ਮਨ 'ਚ ਆਇਆ ਕਿ ਮੈਂ ਇੱਥੇ ਵੀ ਆ ਕੇ ਪਰਫਾਰਮ ਕਰਾਂ, ਇਹ ਜਿਹੜੇ ਲੋਕ ਮੈਨੂੰ ਪਿਆਰ ਕਰਦੇ ਨੇ ਸਿੱਧਾ ਸੁਣਨ? ਹਾਂਜੀ ਬਿਲਕੁਲ, ਬਹੁਤ ਵਾਰੀ ਮਨ ਦੇ ਵਿੱਚ ਆਇਆ। ਬਲਕਿ ਕਈ ਦੋਸਤ ਕਹਿੰਦੇ ਵੀ ਆ ਭਾਜੀ ਤੁਸੀਂ ਆਓ ਇੱਧਰ, ਵੀ ਕੋਈ ਚੱਕਰ ਨੀ ਗਾ, ਸਾਰਾ ਹੋ ਜਾਏਗਾ। ਏਦਾਂ ਬਹੁਤ ਪਿਆਰੇ ਮਿੱਤਰ ਜਿਹੜੇ ਹੈਗੇ, ਤੇ ਮੇਰਾ ਵੀ ਮਨ ਹੈ ਕਿ ਜ਼ਰੂਰ ਕਦੇ ਮਾਲਕ ਮਿਹਰ ਕਰੇ ਤਾਂ ਜ਼ਰੂਰ ਆਈ। ਉਹ ਜਿਹੜੇ ਲੋਕ ਤੁਹਾਨੂੰ ਸੱਦਦੇ ਨੇ ਉਹਨਾਂ 'ਚ ਇੱਕ ਬੰਦੇ ਦਾ ਹੋਰ ਵਾਅਦਾ ਕਰ ਲਓ, ਮੈਂ ਵੀ ਤੁਹਾਨੂੰ ਸੱਦਣਾ ਕਿੱਥੇ ਆਓ। ਥੈਂਕ ਯੂ ਜੀ, ਮਿਹਰਬਾਨੀ। ਮੈਂ ਤੇ ਜੀ ਉਹ ਤੇ ਮੈਨੂੰ ਆਪਣਾ ਆਪ ਬੜਾ ਮਾਣਯੋਗ ਲੱਗਦਾ ਕਿ ਮੈਂ ਤੁਹਾਡੇ ਨਾਲ ਸਿੱਧੀ ਗੱਲ ਕਰ ਰਿਹਾ, ਅਸੀਂ ਆਮਣੇ ਸਾਹਮਣੇ ਬੈਠੇ ਹਾਂ, ਬਲਕਿ ਨਾਲ ਹੀ ਬੈਠੇ ਹਾਂ। ਤੇ ਮਾਲਕ ਮੇਰੇ ਵੀ ਧੰਨਵਾਦ। ਹੋਰ ਤੁਹਾਨੂੰ ਇਹ ਦਵੇ ਜੀ, ਇਹਦੀ ਤੁਹਾਡੀ ਇਹ ਗੱਲ 'ਚ ਦਰਦ ਔਰ ਸੱਚਾਈ, ਔਰ ਹੋਰ ਲੋਕਾਂ ਦੇ ਦਿਲ ਨੂੰ ਤੁਸੀਂ ਮਾਨੋ ਔਰ ਭੋਗੋ। ਅੱਛਾ, ਜਿਹੜਾ ਇਹ ਗੁਰਵਿੰਦਰ ਵੀਰ ਜੀ ਹੈਗਾ ਕਿ ਜਿਹੜਾ ਇਹ ਸਾਡੇ ਗੀਤਾਂ 'ਚ शायद नेट का फिर कोई मसला आ गया। जी शायद गुरविंदर बराड़ रावल नहीं साडी आवाज़ जा पा रही, तो असी इस शायर इस गीतकार नूं वड्याउंदे होया धन्नवाद कहंदे होया सारे बेली, मैं बेलियां दे नाम पढ़ा जिहड़े इंद्रजीत सिद्धू होरी, सुखविंदर सिंह बोदलावाला और साडे शाहिद गिलानी हरी बड़ा इन्हां नूं पसंद कर रहे ने, और सुरिंदर खन्ना हरी भी साडे इस प्रोग्राम साडे नाल ने, प्रकाश चीची हरी भी सुनते पे ने। ये सारे सज्जन जे मित्र जिहड़े ने ये उस कलाम के नेड़े ने, इन्हां दे दिल च वसदी है कलाम, जिहड़ा इंसानां नूं एक दूजे दे नेड़े करदा है, जिहड़ा मां बोली नूं हक दिवाउण दी गल करदा है, जिहड़ा पंजाबियां नूं वडियाउण दी गल करदा है। ये सारे लोग साडे मंच नाल जुड़े हुए ने। और अज असीं अगर सारे गीतकारां तक होंदियां होंदियां असीं अपने इस महान गीतकार तक, ਉਹਦੇ ਪਿੱਛੇ ਵੀ ਹੌਸਲਾ ਸਾਨੂੰ ਸੁਣਨ ਵਾਲਿਆਂ ਨੇ ਉਹਨਾਂ ਦੀ ਹਲਾਸ਼ੇਰੀ ਦਿੱਤਾ ਕਿ ਅਸੀਂ ਆਪਣਾ ਸਫ਼ਰ ਅੱਗੇ ਵਧਾਈਏ, ਔਰ ਗੁਰਵਿੰਦਰ ਬਰਾੜ ਤੱਕ ਅਸੀਂ ਪਹੁੰਚ ਗਏ ਹਾਂ। ਤੇ ਮੈਂ ਇਹਨਾਂ ਨੂੰ ਕਹਾਂਗਾ ਕਿ ਆਪਣੀ ਮਰਜ਼ੀ ਦਾ ਕੋਈ ਗੀਤ ਸਾਡੇ ਨਾਲ ਸਾਂਝਾ ਕਰਨ। ਅਸੀਂ ਤੇ ਫਰਮਾਇਸ਼ਾਂ ਕਰ ਰਹੇ ਹਾਂ, ਲੇਕਿਨ ਜਿਹੜਾ ਇਹਨਾਂ ਦੇ ਮਨ 'ਚ ਜ਼ਿਆਦਾ ਇਹਨਾਂ ਦੇ ਨੇੜੇ ਵੇ। ਤੇ ਵੈਸੇ ਤਾਂ ਕਹਿੰਦੇ ਨੇ ਆਪਣੇ ਬਾਲ ਸਾਰੇ ਹੀ ਚੰਗੇ ਲੱਗਦੇ ਨੇ, ਇਹ ਔਖਾ ਹੋ ਜਾਂਦਾ ਕਿ ਕਿਹੜਾ ਚੰਗਾ ਹੈ, लेकिन कोई गीत एक अपनी मर्जी ना साझा करो। हाँ जी, एक गीत सीगा जी गरीबी और कविता मेरे काफी दिल दे नेड़े। मैं कविता गाना पहले तो जी जी जरूर जरूर। कविता बन गया सजना के वे तैनू शोर च पढ़िया नहीं जांदा, कविता वर्गिया सजना वे तैनू शोर च पढ़िया नहीं जांदा, आपा भीड़ दा हिस्सा नहीं बनना, आपा भीड़ हिस्सा नहीं बनना वे मैथों भीड़ च खड़िया नहीं जांदा, कविता वर्गिया सजना वे शोर च पढ़िया नहीं जांदा। हो क्यों पौड़ियां लपता फिरदा है
मैं खंभ बनागी तेरे लई हो क्यों पौड़ियां लपदा फिरदा ए मैं खंभ बनागी तेरे लई कदे पौड़ियां दे नाल कमलिया वे अंबरां ते चढ़िया नहीं जांदा कविता गया वे तैनू शोर च पढ़िया जांदा। एक लास्ट स्टैंजा जी मैं तुहाडी जी जी। हो रब जिन्ना यकीन है गुरबिंदरा के सिर्फ ते सिर्फ तू मेरा हो रब जिन्ना यकीन है गुरबिंदरा के सिर्फ ते सिर्फ तू मेरा किसे होर दे मुखड़े वर्गा तां वे तैथों गीत भी घड़िया नहीं जांदा। क्या बात है, वाह वाह वर्गे वे तैनू शोर घड़िया नहीं जांदा। वाह वाह वाह, किसी होर दे मुखड़े वर्गा ते इथों दे गीत भी घड़िया नहीं जांदा। क्या बात है जी, ਇਹ ਤੁਸੀਂ ਆਪਣੇ ਗੀਤ ਘੜਨ ਦਾ ਸਾਨੂੰ ਫਾਰਮੂਲਾ ਦੱਸਦਾ ਹੈ ਕਿ ਤੁਸੀਂ ਮੁੱਖ ਵੇਖ ਕੇ ਗੀਤ ਘੜਦੇ ਹੋ ਤੇ ਜਦੋਂ ਮੁੱਖ ਵੇਖ ਕੇ ਗੀਤ ਘੜੀਏ ਤੇ ਫਿਰ ਲੋਕਾਂ ਦੇ ਦਿਲ 'ਚ ਵੜਦਾ ਹੈ, ਲੋਕਾਂ ਦੇ ਦਿਲ 'ਚ ਵਸਦਾ ਹੈ। ਬਹੁਤ ਸੋਹਣਾ ਤੁਸੀਂ ਜੀ ਕਵਿਤਾ ਵਰਗਿਆ, क्या बात है सज्जना ने, वाह। ये भी तशबीह जड़ी जी बड़ी घट मैं पहले नहीं सुनी ते बहुत खूबसूरत। फिर भीड़ च जिहड़ा वो अंदर दा शायर कहंदा है कि मैं तन्हाई च मैं पढ़ना चाहना। कई बंदे भीड़ च भी पढ़ लेंदे ने, बड़े सारे बंदे बस भी पढ़ रहे होंदे ने, लेकिन जिहड़ा पढ़न दा स्वाद है वो कल्ले ही है और शोर तो बाहर ही है। अच्छा मैं जिहड़े तुहानूं सवाल कर रहा वां ये मेरे दिल नूं चंगे लगदे ने और आम तौर ते साडे सुणन वालिआं नूं दर्शकां नूं भी चंगे लगदे ने, लेकिन मेरे सवालों नाल अगर मुआवजा करिए तो तुहाडे गीत बहुता सुनना चाहते हैं। तो सज्जन लिख रहे हैं कि एक अद्धा गीत होर इन्हां को सुनवाओ ताकि वो ये मानन कि तुहाडे नाल चोखा वक्त उन्हां दा गुजरिआ। हाँ जी, मैं एक गीत दीआं लाइनां दो तुहानूं होर सुणा। गरीबी है एक मेरा गीत आया सीगा जी, गरीबी। मॉर्निंग है जी, गला कहंदे गर्म नहीं होया जी जी महसूस होता है जी, उसकी बहुत तो सोने गर्म हो जाए थोड़ा मैं नीवा स्केल हो कर दिंदा ए छेती बुड्ढे माड़ा रोग गरीबी मुश्किल दे विच छट जांदे ने रिश्तेदार करीबी हो पर माड़ा वक्त भी चंगा ही हुंदा सब दी परख कराजे ओए माड़ा वक्त भी चंगा ही हुंदा सब दी परख कराजे ओए असली सज्जन ओही औखे वेले जो कम आजे। हो कीमत किसे दी पता है लगदी उसते जान तो मगजों ओए दूजे ते दुख समझने आउंदे आप हंडाण तो मगरों हो कोठियां कारां जायदादां हंकार दियां ने चीजां ओए कोठियां कारां जायदादां हंकार दियां ने चीजां अपने बिन सारियां ही बेकार दियां ने चीजां। वाह 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 वाह, बहुत बहुत आला जी। संधू एके कह रहे ने कि सलाम वीर जी धन्यवाद, और वो कह रही ने कि मैनू मेरा फेवरेट सॉन्ग है कविता। ते करमजीत हरी साडे नाल ने, इंद्रजीत हरी, सुनील चंदियान भी हरी कह रहे ने वाह वाह गुरविंदर जी। ये सारे जिहड़े लोगों का मुहब्बत सत्कार कमेंट ने ये तुसीं वेख सकोगे प्रोग्राम मुक्कण तो बाद, और यकीनी तौर पर जिन्ना प्यार करते हो तुसीं इन्हां नूं जवाब भी जरूर दोगे, इन्हां मुहब्बतां नूं पढ़ोगे भी। मैं सारा का धन्यवाद करदा। और सुनील चंदियानवी साहब खुद बड़े अच्छे जी शायर ने, बहुत कमाल शायर ने। हाँ जी, वो साडे आ चुके जी मंच ते जी,
ਅੱਛਾ ਸਰ, ਜਿਹੜੇ ਤੁਸੀਂ ਜੀ ਜੀ ਆਪਣੀ ਮਾੜੇ ਦਿਨਾਂ ਨੂੰ ਵੀ ਚੰਗਾ ਕਿਹਾ ਔਰ ਔਖੇ ਵੇਲੇ ਦੱਸਿਆ, ਭੀੜ 'ਚ ਬੇਲੀ ਕੰਮ ਆਉਂਦੇ ਨੇ, ਇਹ ਸਾਰੀ ਗੱਲ ਹੀ ਜੀ ਸਾਡੇ ਸੂਫੀਆਂ ਨੇ ਕੀਤੀ। ਇਹ ਸਾਰੀਆਂ ਜੀ ਗੱਲਾਂ ਜੀ ਤੁਹਾਡੇ ਮਨ 'ਚ ਆਪਣੇ ਆਪ ਫੁੱਟੀਆਂ ਜਾਂ ਕਿਸੇ ਸੂਫੀ ਨੂੰ ਪੜ੍ਹ ਕੇ ਇਹ ਸਾਰੀਆਂ ਵੈਲਿਊਜ਼, ਸਾਰੀਆਂ ਕਦਰਾਂ, ਸਾਰੇ ਵਿਚਾਰ ਤੁਸੀਂ ਇਕੱਠੇ ਕੀਤੇ ਆਪਣੇ ਗੀਤ 'ਚ? ਉਹ ਕਹਿੰਦੇ ਹੁੰਦੇ ਜੀ ਆਪਣਾ ਇੱਕ ਦਿਮਾਗ ਸਮਝ ਲਓ ਕਿ ਕੰਪਿਊਟਰ ਹੀ, ਉਹ ਪਤਾ ਨਹੀਂ ਇਹ 'ਚ ਕਦੋਂ ਕਦੋਂ ਕੀ ਫੀਡ ਹੁੰਦਾ ਰਹਿੰਦਾ। ਸੋ ਉਹ ਚੀਜ਼ ਵਾਹ ਕਿਤੇ ਨਾ ਕਿਤੇ ਜਾ ਕੇ, ਉਹ ਮੇਰੇ ਇੱਕ ਗੀਤ ਦੀਆਂ ਲਾਈਨਾਂ ਸੀ, ਮੈਂ ਤਾਂ ਭੁੱਲ ਚੁੱਕਿਆ ਸੀ, ਮੈਂ ਲਿਖ ਕੇ ਕਈ ਚੀਜ਼ਾਂ ਦਿਮਾਗ ਜ਼ਿਹਨ 'ਚ ਨਹੀਂ ਰਹਿੰਦੀਆਂ। ਜੀ ਜੀ। ਤਾਂ ਉਹ ਮੈਨੂੰ ਫਿਰ ਸਾਡੇ ਵੱਡੇ ਭਾਈ ਸਾਹਿਬ ਨੇ ਤੇ ਮੈਨੂੰ ਇੱਕ ਦਿਨ ਉਹਨਾਂ ਨੇ ਬੋਲੀਆਂ, ਕਹਿੰਦੇ ਯਾਰ ਤੇਰੀਆਂ ਲਾਈਨਾਂ ਬਹੁਤ ਅੱਛੀਆਂ ਸੀ ਮਾਸਟਰ ਰਜਿੰਦਰ ਸਿੰਘ ਜੀ। ਤਾਂ ਉਹ ਸੀਗਾ ਕਿ ਪੈਰਾਂ ਦੇ ਵਿੱਚ ਭੁਰੇ ਬੀਜ ਵੀ ਰੁੱਤ ਆਇਆ ਉੱਗ ਪੈਂਦੇ, ਤੇ ਆਹਾ। ਝੱਖੜ ਝੋਲੇ ਦੇ ਸਹਿੰਦੇ ਬੂਟਿਓਂ ਰੁੱਖ ਬਣ ਪੈਂਦੇ। ਵਾਹ ਵਾਹ ਵਾਹ। ਸੋ ਕਈ ਚੀਜ਼ਾਂ ਲਿਖ ਕੇ ਤੁਹਾਡੇ ਮਤਲਬ ਕੁਦਰਤੀ ਤੌਰ ਤੇ ਜਿਹੜੀ ਚੀਜ਼ ਤੁਸੀਂ ਨੋਟ ਕਰਦੇ ਰਹਿੰਦੇ ਹੋ, ਤੁਹਾਡੇ ਦਿਮਾਗ ਕੈਚ ਕਰਦਾ ਰਹਿੰਦਾ, ਉਹ ਹੌਲੀ ਹੌਲੀ ਫਿਰ ਗੀਤ ਦੇ ਰੂਪ ਚ, ਕਵਿਤਾ ਦੇ ਰੂਪ ਚ ਬਾਹਰ ਆਉਂਦੀ। ਹਾਂਜੀ, ਅੰਦਰ ਬੜਾ ਅਰਸਾ ਪਰਵਰਿਸ਼ ਕਰਨੀ ਪੈਂਦੀ ਸ਼ਾਇਰ ਨੂੰ, ਅੰਦਰ ਪਾਲਣਾ ਪੈਂਦਾ ਬਾਲਾਂ ਅੰਦਰ ਖਿਆਲ ਨੂੰ, ਫਿਰ ਖਿਆਲ ਕਿਤੇ ਪੂਰਾ ਹੁੰਦਾ ਹੈ। ਤੇ ਸੰਧੂ ਇੱਕ ਵਾਰੀ ਕਹਿ ਰਹੇ ਨੇ ਕਿ ਲਵ ਯੂ ਵੀਰਾ, ਤੇ ਔਰ ਬਹੁਤ ਹੀ ਤੁਹਾਨੂੰ ਤੁਹਾਡੇ ਤੇ ਮਾਣ ਸਨਮਾਨ ਕਰ ਰਹੇ ਨੇ, ਔਰ ਮੈਨੂੰ ਬੜਾ ਇਸ ਗੱਲ ਦਾ ਸੋਹਣਾ ਲੱਗ ਰਿਹਾ, ਜਿੰਨੇ ਲੋਕ ਤੁਹਾਨੂੰ ਪਿਆਰ ਕਰਦੇ ਨੇ, ਜਿੰਨੇ ਤੁਹਾਡੇ ਗੀਤਾਂ ਦੇ ਰਾਹੀਂ ਤੁਸੀਂ ਦਿਲਾਂ 'ਚ ਵੱਸਦੇ ਹੋ, ਇਹੀ ਕਾਮਯਾਬੀ ਏ, ਇਹੀ ਮਿਆਰ ਏ। ਅੱਛਾ, ਤੁਸੀਂ ਇਹ ਸਭ ਦੱਸੋ ਕਿ ਜਦੋਂ ਤੁਸੀਂ ਗੀਤ ਗਾਉਂਦੇ ਹੋ ਜਾਂ ਲਿਖਦੇ ਹੋ, ਤੇ ਤੁਹਾਡੇ ਨਜ਼ਰ 'ਚ ਖਾਸ ਕੋਈ ਖਿਆਲ ਹੁੰਦਾ, ਜਿਵੇਂ ਗਰੀਬੀ ਤੇ ਲਿਖਿਆ, ਤੇ ਤੁਹਾਡੇ ਦਿਲ 'ਚ ਕੋਈ ਗਰੀਬ ਚੱਲ ਰਿਹਾ ਹੁੰਦਾ ਕੋਈ, ਜਾਂ ਕੋਈ ਉਹ ਮੁਸ਼ਾਹਿਦਾ ਤਜਰਬਾ ਹੁੰਦਾ ਕਿ ਤੁਸੀਂ ਕਿਸੇ ਗਰੀਬ ਨੂੰ ਵੇਖਿਆ ਹੁੰਦਾ, ਜਾਂ ਓਵਰਆਲ ਇੱਕ ਗੁਰਬਤ ਦਾ ਤਸੱਵਰ ਹੁੰਦਾ? ਗੁਰਬਤ ਦਾ ਤਸੱਵਰ ਵੀ ਹੁੰਦਾ ਜੀ, ਅਸੀਂ ਵੇਖੇ ਵਾਚ ਆਊਟ ਕਰਦੇ ਹਾਂ, ਕਿਉਂਕਿ ਸਾਡੇ ਦੋ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਨੇ ਜੀ ਇੱਧਰ ਪੰਜਾਬ ਦੇ ਵਿੱਚ। ਇੱਕ ਤਾਂ ਹੁੰਦੇ ਸਾਡੇ ਵਿਆਹ ਸ਼ਾਦੀਆਂ ਤੇ ਜਿਹੜੇ ਬਹੁਤ ਮਤਲਬ ਉਹ ਸਾਰਾ ਸਿਸਟਮ ਹੁੰਦਾ ਹੈ ਕਿ ਜਸਟ ਐਂਟਰਟੇਨਮੈਂਟ, ਇੰਜੋਇਮੈਂਟ। ਇੱਕ ਸਾਡੇ ਮੇਲੇ ਲੱਗਦੇ ਨੇ ਜੀ, ਮੇਲਿਆਂ ਦੇ ਵਿੱਚ ਫਿਰ ਤੁਹਾਨੂੰ ਬਹੁਤ ਏਦਾਂ ਦੇ ਕਰੈਕਟਰ ਮਿਲਦੇ ਨੇ ਜਿਨ੍ਹਾਂ ਤੋਂ ਉਹ ਸਿਰਫ ਸੰਗੀਤ ਸੁਣਨ ਆਉਂਦੇ ਹਨ, ਵਿਚਾਰੇ ਆਪ ਅਫੋਰਡ ਨਹੀਂ ਕਰ ਸਕਦੇ ਹੁੰਦੇ। ਤਾਂ ਉਹਨਾਂ ਲੋਕਾਂ ਨੂੰ ਦੇਖ ਕੇ ਮਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ, ਤੇ ਵੀ ਇੰਨੀ ਘੱਟ ਪੂੰਜੀ ਹੋਣ ਦੇ ਬਾਵਜੂਦ ਵੀ ਜ਼ਿੰਦਗੀ ਨੂੰ ਕਿੰਨਾ ਇੰਜੋਏ ਕਰ ਰਹੇ ਨੇ। ਉੱਥੋਂ ਬਹੁਤ ਸਾਰੇ ਆਈਡੀਆ ਮਿਲਦੇ ਨੇ। ਇਹ ਤਾਂ ਬੜੀ ਸੋਹਣੀ ਤੁਸੀਂ ਗੱਲ ਕੀਤੀ ਕਿ ਖੁਸ਼ੀ ਜਿਹੜੀ ਹੈ ਅੰਦਰ ਹੀ ਹੁੰਦੀ ਬੰਦੇ ਦੇ, ਔਰ ਉਹ ਸ਼ਾਇਦ ਖਾਹਿਸ਼ਾਂ ਦੇ ਪਿੱਛੇ ਭੱਜਿਆ ਨਹੀਂ ਲੱਭਦੀ। ਤੇ ਉਹ ਕਹਿੰਦੇ ਨੇ ਖਾਹਿਸ਼ ਤੇ ਬਾਦਸ਼ਾਹਾਂ ਦੀ ਵੀ ਪੂਰੀਆਂ ਨਹੀਂ ਹੁੰਦੀਆਂ ਸਾਰੀਆਂ, ਤੇ ਇਹ ਵੀ ਤੁਸੀਂ ਥੋੜੀਆਂ ਹੋ ਗਈਆਂ, ਖੁਸ਼ੀ ਤਾਂ ਚਲੀ ਗਈ ਸਮਝ ਲਓ। ਹਾਂ, ਵਾਹ ਵਾਹ ਵਾਹ। ਅੱਛਾ ਸਰ, ਜਦੋਂ ਤੁਸੀਂ ਪੜ੍ਹਾਉਂਦੇ ਸੋ ਆਪਣੇ ਕਾਲਜ, ਤੇ ਉਹਨਾਂ ਜਦੋਂ ਪਤਾ ਲੱਗਾ ਪੜਿਆਰਾਂ ਨੂੰ, ਪਾਠਕਾਂ ਨੂੰ, ਕਿ ਇਹ ਗਾਉਂਦੇ ਵੀ ਨੇ, ਤੇ ਤੁਹਾਡੀ ਤੇ ਹੋਰ ਦੋਸਤੀ ਉਹਨਾਂ ਨਾਲ ਗੂੜੀ ਹੋ ਗਈ ਹੋਣੀ, ਕਿਉਂਕਿ ਨਵੀਂ ਪੀੜ੍ਹੀ ਨੂੰ ਗਾਣ ਬੜਾ ਪਸੰਦ ਹੈ, ਕਿ ਉੱਥੇ ਪਤਾ ਹੀ ਨਹੀਂ ਲੱਗ ਸਕਿਆ ਉੱਥੇ ਕਾਲਜ? ਇੱਕ ਵਾਕਿਆ ਦੱਸਦਾ ਜੀ, ਮਤਲਬ ਮੈਂ ਸਾਡਾ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਸੀ ਮੇਰੀ ਪੋਸਟਿੰਗ। ਤਾਂ ਮੈਂ ਜਦੋਂ ਜੁਆਇਨ ਕਰਕੇ ਪਹਿਲੇ ਦਿਨ ਮੈਨੂੰ ਕਹਿੰਦੇ ਵੀ +2 ਕਲਾਸ ਲੈ ਲਓ ਬਰਾੜ ਸਾਹਿਬ। ਮੇਰੇ ਵੀ ਅੰਦਰ ਹਿਚਕਿਚਾਹਟ, ਮੈਂ ਕਿਹਾ ਉਹ ਮਤਲਬ ਬਰਾਬਰ ਦੇ ਇੱਕ ਹੁੰਦੇ ਸਟੂਡੈਂਟ ਤੇ। ਅੱਛਾ, ਮੈਂ ਕਲਾਸ ਰੂਮ ਵੱਲ ਜਾ ਰਿਹਾ ਜੀ, 2 ਸਟੂਡੈਂਟ ਆ ਰਹੇ ਆ, ਤੇ ਉਹਨਾਂ ਨੂੰ ਨਹੀਂ ਪਤਾ ਸੀ ਵੀ ਮੈਂ ਇੱਥੇ ਐਜ਼ ਏ ਟੀਚਰ ਹਾਂ। ਬੁਲਾ ਕੇ ਲੰਘ ਰਹੇ ਆ, ਹੋਰ ਵੀਰੇ ਕੀ ਹਾਲ ਹੈ? ਮੈਂ ਫਿਰ ਉਹਨਾਂ ਨੂੰ ਰੋਕ ਕੇ ਕਿਹਾ, ਮੈਂ ਕਿਹਾ ਵੀ ਚਲੋ ਥੈਂਕ ਯੂ, ਤੁਹਾਨੂੰ ਪਤਾ ਨਹੀਂ ਸੀਗਾ, ਤੁਸੀਂ ਵੀਰਾ ਕਹਿ ਕੇ ਬੁਲਾਇਆ ਪਿਆਰ ਨਾਲ, ਪਰ ਮੈਂ ਇੱਥੇ ਤੁਹਾਡੇ ਐਜ਼ ਏ ਟੀਚਰ ਆਇਆ ਹਾਂ। ਤੇ ਹਾਂਜੀ, ਪਰ ਉਹਨਾਂ ਨੇ ਮੇਰਾ ਜਿਹੜਾ ਪੜ੍ਹਾਉਣ ਦਾ ਲਹਿਜਾ ਸੀ ਜੀ, ਮੈਂ ਉਹਨਾਂ ਨੂੰ ਫਰੈਂਡਲੀ ਹੀ ਉਹਨਾਂ ਨੂੰ ਜਿੰਨਾ ਪੜ੍ਹਾਇਆ, ਕਿਉਂਕਿ ਇੱਕ ਉਮਰ ਹੁੰਦੀ ਉਹਦੇ ਵਿੱਚ ਤੁਸੀਂ ਡਰਾ ਧਮਕਾ ਕੇ ਜਾਂ ਉੱਦਾਂ, ਮੇਰਾ ਇੱਕ ਸਟਾਈਲ ਪੜ੍ਹਾਉਣ ਦਾ ਇਹੀ ਸੀਗਾ ਕਿ ਗੱਲਾਂ ਬਾਤਾਂ ਕਰਕੇ। ਫਿਰ ਮੈਨੂੰ ਯਾਦ ਹੈ ਕਿ ਮੈਂ ਉਸ ਸਕੂਲ ਚੋਂ ਜਿਸ ਦਿਨ ਮੈਂ ਤਬਦੀਲ ਹੋਇਆ, ਮੇਰੀ ਬਦਲੀ ਹੋਈ, ਤਾਂ ਸਾਰੀ ਜਿਹੜੀ ਕਲਾਸ ਆ ਉਹ ਰੁਕ ਰਹੀ। ਅੱਛਾ, ਸਾਰੀ ਕਲਾਸ ਹੀ? ਜੀ ਥੋੜੀ ਆਵਾਜ਼ ਦੀ ਦਿੱਕਤ ਹੈ ਜੀ, 1 ਮਿੰਟ ਮੈਂ ਕਰ। ਹੈਲੋ, ਹਾਂਜੀ। ਅੱਛਾ, ਤੁਸੀਂ ਦੱਸਿਆ ਜੀ ਸਾਰੀ ਕਲਾਸ ਤੋਂ ਬਦਲੀ ਤੁਹਾਡੀ ਹੋਈ, ਤੇ ਤੁਸੀਂ ਗੱਲ ਦੱਸ ਰਹੇ ਸਕੂਲ। ਹਾਂਜੀ, ਉਹ ਸਟੂਡੈਂਟ ਜਿੰਨੇ ਸੀਗੇ ਉਸ ਕਲਾਸ ਵਾਲੇ ਹੋਰ ਕਲਾਸਾਂ ਵਾਲੇ, ਸਰ ਨਾ ਜਾਓ ਜੀ, ਉਹ ਵਿਚਾਰੇ ਇੰਨਾ ਰੋਏ ਉੱਤੇ, ਤੇ ਮੇਰਾ ਵੀ ਬੜਾ ਮਨ ਖਰਾਬ ਹੋਇਆ, ਮੇਰੇ ਅਜੇ ਤੱਕ ਯਾਦ ਆ।
ਉਹਨਾਂ ਚੋਂ ਅਜੇ ਵੀ ਕੋਈ ਮਿਲਣ ਆਉਂਦਾ ਜੀ? ਸਟੂਡੈਂਟ ਕੋਈ ਅਜੇ ਵੀ ਕਦੀ ਮਿਲਣ ਆਇਆ ਹੈ? ਹਾਂਜੀ ਹਾਂਜੀ, ਮਿਲਣ ਵੀ ਆਉਂਦੇ ਜੀ। ਹੁਣ ਫੋਨ ਆਉਂਦੇ ਉਹਨਾਂ ਮੁੰਡਿਆਂ ਦੇ ਕਾਫੀ। ਹੁਣ ਤਾਂ ਉਹ ਬਾਈ ਜਾਂ ਵੀਰੇ ਕਹਿ ਕੇ ਗੱਲ ਕਰਦੇ ਨੇ, ਖੈਰ ਉਹ ਕਿਉਂਕਿ ਉਦੋਂ ਬਰਾਬਰ ਦੀ ਸੀ ਲਗਭਗ। ਤੇ ਚਲੋ ਜੀ, ਇਹ ਵੀ ਹੁਣ ਬੜੀ ਮਿਲਦੇ ਅੱਛਾ ਨੇ। ਹੈ ਕਿ ਜਿਹੜਾ ਵਕਤ ਉਹ ਕੀਤਾ। ਜਿਵੇਂ ਤੁਸੀਂ ਕੁਰਸੀ ਨਹੀਂ ਰੱਖਦੇ ਤੇ ਅੱਜ ਦੁਨੀਆ ਮੰਨਦੀ ਹੈ ਕਿ ਕੁਰਸੀ ਨਹੀਂ ਹੋਣੀ ਚਾਹੀਦੀ। ਉਹ ਬੰਦੇ ਦਾ ਇੱਕ ਫਰਕ ਆ ਜਾਂਦਾ ਜ਼ਿਹਨਾਂ 'ਚ। ਜਿਹੜਾ ਬੰਦਾ ਥੋੜਾ ਕੁਰਸੀ ਤੇ ਐਕਟਿਵ ਬੈਠਾ, ਰਹਿੰਦਾ ਜੀ। ਹਾਂ, ਤੁਸੀਂ ਉਹਨਾਂ ਦੇ ਬਰਾਬਰੀ ਕਰਕੇ ਉਹਨਾਂ ਨੂੰ ਪੜ੍ਹਾਉਣ ਦੀ, ਸਿਖਾਉਣ ਦੀ ਕੋਸ਼ਿਸ਼। ਅੱਛਾ ਸਰ, ਇਹ ਦੱਸੋ, ਜਿਹੜੀ ਨਵੀਂ ਪੀੜ੍ਹੀ ਸਾਡੀ ਬੰਦੂਕਾਂ ਵਾਲੇ ਗੀਤ ਬਹੁਤੇ ਪਸੰਦ ਕਰਦੀ ਪੰਜਾਬੀ, ਇਹਨਾਂ ਨੂੰ ਤੁਸੀਂ ਕੋਈ ਸੁਨੇਹਾ ਦੇਣਾ ਚਾਹੋ? ਕੋਈ ਗੱਲ ਕਰਨਾ ਚਾਹੋ ਕਿ ਅਸਲ ਸੱਚਾਈ ਕੀ ਹੈ ਤੁਹਾਡੀ ਨਜ਼ਰ 'ਚ ਨਾ? ਅਸਲ ਸੱਚਾਈ ਤਾਂ ਇਹ ਹੈ ਜੀ ਕਿ ਤੁਸੀਂ ਵੀ ਸਿਆਣੇ ਹੋ। ਗੱਲ ਬਹੁਤ ਛੋਟਾ ਮੂੰਹ ਬੜੀ ਬਾਤ ਵਾਲੀ ਗੱਲ ਹੈ ਕਿ ਕੋਈ ਵੀ ਨਹੀਂ ਚਾਹੁੰਦਾ ਕਿ ਮੇਰਾ ਛੋਟਾ ਭਰਾ, ਮੇਰਾ ਬੇਟਾ ਜਿਹੜਾ ਵੱਡਾ ਹੋ ਕੇ ਵੈਲੀ ਬਣੇ। ਕੋਈ ਚਾਹੁੰਦਾ ਜੀ? ਆਪਾਂ ਇਹ ਚਾਹੁੰਦੇ ਹਾਂ ਕਿ ਬਹੁਤ ਸੋਹਣੀ ਐਜੂਕੇਸ਼ਨ ਹੋਵੇ, ਇੱਕ ਕੋਈ ਚੰਗਾ ਆਫੀਸਰ ਬਣੇ, ਚੰਗਾ। ਪਰ ਜਦੋਂ ਤੁਸੀਂ ਗੀਤ ਉਹਨਾਂ ਨੂੰ ਬੱਚਿਆਂ ਨੂੰ ਪਰੋਸਦੇ ਹੋ, ਸੁਣਾਉਂਦੇ ਹੋ ਇੱਦਾਂ ਦੇ, ਤਾਂ ਉਹਨਾਂ ਦੇ ਜ਼ਿਹਨ 'ਚ ਕਿਤੇ ਨਾ ਕਿਤੇ ਉਹ ਡਿਸਟਰਕਟਿਵ ਜਿਹੜੀਆਂ ਬਿਰਤੀਆਂ ਨੇ ਉਹ ਤਾਂ ਚਲੀਆਂ ਹੀ ਜਾਂਦੀਆਂ। ਮੈਂ ਸਮਝਦਾ ਗਾਣੇ ਅਸਰ ਤਾਂ ਕਰਦੇ ਹੀ ਨੇ, ਖਾਸ ਕਰਕੇ ਬਚਪਨ ਦੇ ਵਿੱਚ ਤਾਂ ਜ਼ਰੂਰ ਅਸਰ ਹੁੰਦਾ ਹਨਾ। ਉਹ ਇੱਕ ਹੀਰੋਸ਼ਿਪ ਹੁੰਦੀ ਨਹੀਂ ਕਿ ਮੈਂ ਵੀ ਇੱਦਾਂ ਦਾ, ਮੈਂ ਆਈਡੀਅਲ ਉਹਨਾਂ ਦੇ ਹੁੰਦੇ ਆ, ਜਾਂ ਸਿੰਗਰ ਹੁੰਦੇ ਆ, ਜਾਂ ਕੋਈ ਫਿਲਮੀ ਹੀਰੋ ਹੁੰਦੇ, ਉਸ ਉਮਰ ਦੇ ਵਿੱਚ ਜ਼ਿਆਦਾ ਇਹੀ ਹੁੰਦੇ। ਤੇ ਉਹ ਫਿਰ ਜਦੋਂ ਉਹਨਾਂ ਦੀ ਨਕਲ ਕਰਦੇ ਨੇ ਤਾਂ ਉਹ ਕਈ ਵਾਰੀ ਜ਼ਿੰਦਗੀ ਦੇ ਜਿਹੜੇ ਰਸਤੇ ਤੋਂ, ਆਪਣੇ ਅਸਲੀ ਰਸਤੇ ਤੋਂ ਭਟਕ ਜਾਂਦੇ ਆ। ਤੇ ਮੇਰੀ ਇਹੀ ਬੇਨਤੀ ਹੈ ਕਿ ਇਦਾਂ ਦਾ ਕੋਈ ਡਿਸਟਰਕਟਿਵ ਗੀਤ ਨਾ ਹੀ ਗਾਇਆ ਜਾਵੇ ਤਾਂ ਬਿਹਤਰ ਹੈ ਜੀ। ਨਹੀਂ, ਬੜੀ ਸੋਹਣੀ ਤੁਸੀਂ ਗੱਲ ਕੀਤੀ। ਮੈਂ ਵੀ ਚੂੰਕਿ ਪਿੰਡ ਥਾਂ ਹੀ ਜੰਮਿਆ ਪਲਿਆ ਜੀ, ਸ਼ੇਖੂਪੁਰੇ ਦੇ ਨਾਲ ਫਰੂਕਾਬਾਦ, ਸੱਚੇ ਸੌਦੇ ਤੋਂ ਬਸ 2 ਮੀਲ ਦੂਰ ਹੈ। ਤੇ ਅਸੀਂ ਵੀ, ਸਾਡੇ ਵੀ ਬਚਪਨ ਦੇ ਹੀਰੋ ਹੀ ਸਨ ਜਿਨ੍ਹਾਂ ਦੇ ਨਾਲ 10-10 ਗਨਮੈਨ ਹੁੰਦੇ ਨੇ। ਤੇ ਅਸੀਂ ਵੀ ਆਪਣੀ ਜਵਾਨੀ 'ਚ ਪਿਸਤੌਲ ਲਗਾ ਕੇ ਫਿਰਦੇ ਰਹੇ, ਕਿਉਂਕਿ ਹੀਰੋ ਸਾਡੀ ਨਜ਼ਰ 'ਚ ਉਹ ਸਨ। ਤੇ ਤੁਸੀਂ ਬੜੀ ਸੋਹਣੀ ਗੱਲ ਕੀਤੀ, ਜਿਹੜੇ ਜੇ ਫਿਲਮਾਂ ਨੇ, ਗੀਤ, ਇਹ ਬੰਦੇ ਦਾ ਜ਼ਿਹਨ ਬਦਲਦੇ ਨੇ, ਉਹਦੀ ਸ਼ਖਸੀਅਤ ਸਾਜ਼ੀ ਕਰਦੇ ਨੇ। ਤੇ ਇਹ ਜਿਹੜਾ ਸਾਡੇ ਹਾਂ ਤਸ਼ੱਦਦ ਵੀ ਵੇਖਿਆ ਜਾਂਦਾ ਹੈ ਕਿ ਜਦੋਂ ਅਸੀਂ ਕਿਸੇ ਬਦਮਾਸ਼ ਨੂੰ ਹੀਰੋ ਬਣਾ ਕੇ ਪੇਸ਼ ਕਰਨੇ ਆ ਸਾਡੇ ਇੱਧਰ ਪੰਜਾਬੀ ਫਿਲਮਾਂ 'ਚ, ਤੇ ਫਿਰ ਹਰ ਬੱਚਾ ਉਹੀ ਬਣਨਾ ਚਾਹੁੰਦਾ ਹੈ। ਸਭ ਤੋਂ ਮਾੜੀ ਗੱਲ ਤਾਂ ਇਹ ਹੁੰਦੀ ਹੈ ਜੀ ਜਦੋਂ ਤੁਸੀਂ ਮਾੜੀਆਂ ਗੱਲਾਂ ਤੇ ਫਖਰ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹੋ। ਜਦੋਂ ਕਿਸੇ, ਉਹ ਤਾਂ ਫਿਰ ਜਮਾਂ ਹੀ ਮਤਲਬ ਬੰਦੇ ਨੂੰ ਇਹ ਪਤਾ, ਉਹਨੂੰ ਐਂ ਲੱਗਦਾ ਕਿ ਮੈਂ ਤਾਂ ਵੀ ਆਹ ਤਾਂ ਬਹੁਤ ਘੈਂਟ ਗੱਲ ਹੈ, ਜਦੋਂ ਕਿ ਉਹ ਦੁਨੀਆ ਦੀ ਵਰਸਟ ਗੱਲ ਹੁੰਦੀ ਹੈ ਹਨਾ। ਹਾਂ, ਠੀਕ ਗੱਲ। ਉਹ ਚੀਜ਼ ਬੜੀ ਮਾੜੀ। ਅੱਛਾ, ਤੁਸੀਂ ਪਵਿੱਤਰ ਵੀਰ ਜੀ, ਜਦੋਂ ਵੀ ਤੁਸੀਂ ਇਹ ਗੀਤ ਲਿਖਦੇ ਹੋ ਜਾਂ ਗਾਉਂਦੇ ਹੋ, ਤੁਹਾਡੇ ਪਿੱਛੇ ਯਕੀਨ ਇੱਕ ਮਕਸਦ ਹੁੰਦਾ ਹੈ, ਵਰਨਾ ਤੁਸੀਂ ਵੀ ਉਂਝ ਗਾ ਸਕਦੇ ਹੋ ਜਿਵੇਂ ਲੋਕੀ ਗਾਣ ਰਹੇ ਨੇ। ਕਿਹੜਾ ਮੁਸ਼ਕਲ ਹੈ? ਤੇ ਤੁਹਾਨੂੰ ਲੱਗਦਾ ਹੈ ਕਿ ਕੀ ਗੱਲ ਹੈ, ਮੈਥੋਂ ਗਾਇਆ ਹੀ ਨਹੀਂ ਜਾਂਦਾ ਉਦਾਂ ਦਾ। ਮੇਰੇ ਅੰਦਰੋਂ ਪਤਾ ਨਹੀਂ ਕੀ ਲੱਗਦਾ। ਹਾਂ, ਮੈਂ ਕਮਰਸ਼ੀਅਲ ਗਾਣੇ ਵੀ ਖੈਰ ਗਾਏ ਨੇ, ਗਾਉਂਦਾ ਵੀ ਰਹਿਣਾ ਸਟੇਜਾਂ ਤੇ ਵੀ, ਜਾਂ ਹੋਰ ਮੈਂ ਰਿਕਾਰਡ ਵੀ ਕਰਵਾਏ ਨੇ, ਡਿਊਟਸ ਵੀ ਗਾਏ ਨੇ। ਪਰ ਉਹਦੇ ਵਿੱਚ ਵੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਨੈਗੇਟਿਵ ਸੁਨੇਹਾ ਨਾ ਜਾਵੇ, ਗਾਣੇ ਦਾ ਜਿਹੜਾ ਓਵਰਆਲ ਨਿਚੋੜ ਆ ਪੋਜ਼ਿਟਿਵ ਨਿਕਲੇ। ਇਹ ਬੜੀ ਸੋਹਣੀ ਗੱਲ ਹੈ ਕਿ ਤੁਹਾਡੇ ਮੁੱਖ ਸਿਰਫ ਗੀਤ ਦਾ ਮਸ਼ਹੂਰ ਹੋਣਾ ਹੀ ਨਹੀਂ ਹੁੰਦਾ, ਗੀਤ ਦਾ ਲੋਕਾਂ ਨੂੰ ਬਦਲਣ ਵਾਲਾ ਵੀ ਹੋਣਾ ਜ਼ਰੂਰੀ ਹੁੰਦਾ ਹੈ। ਇਸੇ ਤੋਂ ਤੁਸੀਂ ਇਹਦੇ ਨਾਲ ਜੁੜੇ ਹੋਏ ਹੋ। ਉਹ ਚੱਲੀ ਜਾਂਦਾ ਜੀ, ਸਭ ਨੇ ਇੱਥੋਂ ਦੁਨੀਆ ਤੋਂ ਰੁਖਸਤ ਹੋ ਜਾਣਾ ਹੈ, ਤੇ ਕੋਈ ਇਹ ਤਾਂ ਹੈ ਨਹੀਂ ਪੈਸੇ ਨਾਲ ਚੱਕ ਕੇ ਲੈ ਜਾਊਗਾ ਕੋਈ। ਅਖੀਰ ਨੂੰ ਤਾਂ ਮਤਲਬ ਸਤਿ ਸ੍ਰੀ ਅਕਾਲ ਬੁਲਾ ਕੇ ਜਾਣਾ ਹੀ ਪੈਣਾ ਹਨਾ। ਤਾਂ ਉਹ ਇਹ ਹੈ ਕਿ ਤੁਸੀਂ ਕੁਝ ਚੰਗਾ ਕਰ ਜਾਓਗੇ ਤਾਂ ਵਧੀਆ, ਤੇ ਨਹੀਂ ਤਾਂ ਫਿਰ ਇਕੱਲੇ ਪੈਸੇ ਇਕੱਠੇ ਕਰਨ ਤੇ ਹੋ ਗਏ ਤਾਂ ਫਿਰ ਤਾਂ ਕਰੀ ਜਾਂਦੀ ਦੁਨੀਆ। ਹੋਰ ਕਾਰੋਬਾਰਾਂ 'ਚ ਵੀ ਬਥੇਰੇ ਪੈਸੇ ਹੈਗੇ, ਫਿਰ ਉਹੀ ਕਰ ਲਈਏ। ਹਾਂਜੀ, ਇਹ ਤੁਹਾਡੀ ਗੱਲ ਮੈਂ ਅੱਗੇ ਵਧਾਉਣਾ। ਮੈਨੂੰ ਵੀ ਬੇਲੀ ਕਹਿੰਦੇ ਕਿ ਕਰੋਨਾ ਨੇ ਦੁਨੀਆ ਬਦਲਤੀ ਏ, ਇਨਸਾਨਾਂ ਨੂੰ ਇੱਕ ਦੂਜੇ ਦੀ ਕਦਰ ਹੋ ਗਈ। ਲੇਕਿਨ ਇੱਕ ਸ਼ਾਇਰ ਦਾ ਕਹਿਣਾ ਸੀ ਕਿ ਖੁੱਲਣ ਦਿਓ ਜਰਾ ਲਾਕਡਾਊਨ, ਇਹ ਪਹਿਲੇ ਤੋਂ ਵੀ ਤੇਜ਼ ਸਪੀਡ ਨਾਲ ਭੱਜਣਗੇ। ਉਹ ਦੋਵੇਂ ਤਰ੍ਹਾਂ ਦੇ ਲੋਕ ਹੁੰਦੇ ਨੇ ਮੌਜੂਦ ਮੁਆਸ਼ਰੇ 'ਚ। ਹਾਂਜੀ ਹਾਂਜੀ, ਬਿਲਕੁਲ। ਵੇਲਾ ਸਰ ਸਾਡਾ ਨਾ ਜੀ ਉਹ ਨੇੜੇ ਹੁੰਦਾ ਜਾਂਦਾ। ਤੇ ਇੱਕ ਗੀਤ ਮੈਂ ਹੋਰ ਆਪਣੇ ਵੀਰ ਨੂੰ ਚਾਹਾਂਗਾ ਕਿ ਸਾਨੂੰ ਕੋਈ ਗੀਤ ਇੱਕ ਸੁਣਾ ਦਿਓ, ਉਸ ਤੋਂ ਬਾਅਦ ਅਸੀਂ ਲੈਣਾ ਆਪਣੇ ਮੰਚਾਂ ਲਈ ਤੁਹਾਡੇ ਕੋਲੋਂ। ਹਾਂਜੀ ਹਾਂਜੀ, ਬਿਲਕੁਲ, ਮੈਂ ਸੁਣਾ ਦੇਣਾ ਜੀ। ਇੱਕ ਬੜੀ ਮੇਰਾ ਤੁਹਾਡੀ ਗੀਤ ਸੀਗਾ ਜੀ, ਮਾਂ-ਬਾਪ। ਮਾਪੇ ਬੋਲਦੇ ਜੀ, ਆਪਣੇ ਵੀ ਮਾਪੇ ਸ਼ਬਦ ਚੱਲਦਾ ਜੀ, ਮਾਪੇ। ਹਾਂਜੀ, ਮਾਪੇ ਜੀ, ਸਾਡੇ ਵੀ ਨਹੀਂ ਚੱਲਦਾ ਜੀ ਮਾਪੇ। ਹਾਂਜੀ ਹਾਂਜੀ।
ਸੱਜਣਾ ਸਦਾ ਨਹੀਂ ਰਹਿਣੇ ਮਾਪੇ, ਬਾਕੀ ਗੱਲ ਸਮਝ ਲਈ ਆਪੇ। ਸਦਾ ਨਹੀਂ ਰਹਿਣੇ ਮਾਪੇ, ਬਾਕੀ ਗੱਲ ਸਮਝ ਲਈ ਆਪੇ। ਬੇਮਨ ਨੂੰ ਸਮਝਾ ਲਈ ਓਏ, ਉਹ ਪਹਿਲਾਂ ਰੱਬ ਦੀਆਂ ਸਾਂਭ ਸੌਗਾਤਾਂ, ਪੈਸਾ ਫੇਰ ਕਮਾ ਲਈ ਓਏ। ਉਹ ਪਹਿਲਾਂ ਰੱਬ ਦੀਆਂ ਸਾਂਭ ਸੌਗਾਤਾਂ, ਪੈਸਾ ਫੇਰ ਕਮਾ ਲਈ ਓਏ। ਉਹ ਸਦਾ ਨਹੀਂ ਰਹਿਣੇ ਮਾਪੇ। ਇੱਕ ਥਾਲੀ ਵਿੱਚ ਰੋਟੀ ਖਾਂਦੇ ਨਿੱਕੇ ਹੁੰਦੇ ਵੀਰੇ, ਹੋ ਵੱਡੇ ਹੋਵਣ ਜਾਣ ਵਿਆਹੇ ਜਾਂਦੇ ਬਦਲ ਬਤੀਰੇ। ਜੇ ਆਵਣ ਭਲੇ ਘਰਾਂ ਦੀਆਂ ਧੀਆਂ, ਰਹਿੰਦਾ ਵਿੱਚ ਥਬਾਕ ਹੈ ਜੀਆਂ, ਆਪਣੀ ਸ਼ਾਨ ਵਧਾ ਲਈ ਓਏ। ਉਹ ਪਹਿਲਾਂ ਰੱਬ ਦੀਆਂ ਸਾਂਭ ਸੌਗਾਤਾਂ, ਪੈਸਾ ਫੇਰ ਕਮਾ ਲਈ ਓਏ। ਔਰ ਇਹਦਾ ਮੈਂ ਲਾਸਟ ਇੱਕ ਸਟੈਂਜਾ ਤੁਹਾਡੀ ਨਜ਼ਰ ਕਰਨ ਲੱਗਿਆ ਜੀ। ਜਿਹੜੀ ਚੀਜ਼ ਮੈਂ ਕੀਤੀ ਹੈ ਸਾਰੇ ਹਰ ਇੱਕ ਜਗ੍ਹਾ ਤੋਂ, ਖਾਸ ਕਰਕੇ ਮੇਰੇ ਨਾਨਕੇ ਪਿੰਡ ਤੋਂ ਮੈਂ ਇਹ ਗੱਲ ਨੋਟ ਕੀਤੀ ਸੀ ਕਿ ਮੇਰੀ ਮਾਂ ਹੋਰੀਆਂ 6 ਭੈਣਾਂ ਸੀ। ਅੱਛਾ ਬਾਈ। ਅੱਜ ਤਰੱਕੀ ਦੇ ਵਿੱਚ ਹੈ ਤੇ ਮੈਂ ਉੱਥੋਂ ਹੀ ਗੱਲ ਨੋਟ ਕਰਕੇ ਲਿਖੀ ਜੀ। ਉਹ ਪਿਛਲੇ ਸਮੇਂ ਚ ਝਾਤ ਮਾਰ ਲੈ ਗੱਲ ਗੁਰਵਿੰਦਰਾ ਪੱਕੀ, ਜਿਸ ਘਰ ਧੀਆਂ ਜ਼ਿਆਦਾ ਜੰਮੀਆਂ ਉਸ ਘਰ ਕਰੀ ਤਰੱਕੀ। ਕਿ ਧੀਆਂ ਵਰਗਾ ਦਾਨ ਨਾ ਕੋਈ, ਐਵੇਂ ਦੁਨੀਆ ਜਾਂਦੀ ਰੋਈ। ਧੀ ਨਾ ਮਾਰ ਮੁਕਾ ਲਈ ਓਏ, ਇਹ ਵੀ ਰੱਬ ਦੀਆਂ ਸਾਂਭ ਸੌਗਾਤਾਂ, ਪੈਸਾ ਫੇਰ ਕਮਾ ਲਈ ਓਏ। ਸਦਾ ਨਹੀਂ ਰਹਿਣੇ ਮਾਪੇ। ਵਾਹ ਵਾਹ ਵਾਹ, ਬਹੁਤ ਸੋਹਣਾ ਸੁਨੇਹਾ ਹੈ ਗੁਰਵਿੰਦਰ ਵੀਰ ਜੀ, ਕਿ ਜਿਹੜੀ ਦੁਨੀਆ ਪੈਸੇ ਪਿੱਛੇ ਭੱਜੀ ਫਿਰਦੀ ਹੈ, ਇੱਕ ਭੇਡ ਚਾਲ ਬਣੀ। ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਲੋਕਾਂ ਨੂੰ ਦੱਸਿਆ ਕਿ ਸੁਗਾਤਾਂ ਸਾਡੇ ਆਲੇ ਦੁਆਲੇ ਖਿਲ ਰਹੀਆਂ ਪਈਆਂ ਨੇ। ਤੇ ਜਿਵੇਂ ਹੁਣ ਅੱਜ ਵੇਖ ਰਹੇ ਜੀ। ਹਾਂਜੀ ਵਾਹ ਵਾਹ। ਤੇ ਇੰਨੇ ਸੋਹਣੇ ਗੀਤ ਤੋਂ ਬਾਅਦ ਮੈਂ ਚਾਹਾਂਗਾ ਜੀ ਕਿ ਅਸੀਂ ਅੱਜ ਦੇ ਸਾਡੇ ਚੇਚੇ ਪ੍ਰਾਹੁਣੇ ਗੁਰਵਿੰਦਰ ਬਰਾੜ ਰਾਂ ਕੋਲੋਂ ਕੋਈ ਸੁਨੇਹਾ ਲਈਏ ਸੁਣਨ ਵਾਲਿਆਂ ਵਾਸਤੇ, ਆਪਣੇ ਸਰੋਤਿਆਂ ਲਈ, ਔਰ ਆਪਣੇ ਦੋਵਾਂ ਪੇਜਾਂ ਲਈ, ਪੰਜਾਬੀ ਗਾ ਤੇ ਕੀਮਤੀ ਗੱਲਾਂ ਲਈ, ਕਿ ਤੁਸੀਂ ਸਾਨੂੰ ਕੋਈ ਸੁਨੇਹਾ ਦਿਓ। ਤੁਸੀਂ ਸੁਝਵਾਨ ਹੋ ਤੇ ਤਾਂ ਕਿ ਅਸੀਂ ਆਪਣੇ ਕੰਮ ਨੂੰ ਹੋਰ ਬਿਹਤਰ ਕਰ ਸਕੀਏ, ਔਰ ਸੁਣਨ ਵਾਲਿਆਂ ਵਾਸਤੇ ਤੁਸੀਂ ਕੀ ਕਹੋਗੇ? ਪਹਿਲੀ ਗੱਲ ਤਾਂ ਮੇਰੀ ਜੀ ਇਹੀ ਬੇਨਤੀ ਸਾਰਿਆਂ ਨੂੰ ਕਿ ਤਾਂ ਪੰਜਾਬੀ ਕਾ ਔਰ ਕੀਮਤੀ ਗੱਲਾਂ ਪੇਜ ਜ਼ਰੂਰ ਲਾਈਕ ਕਰਿਓ, ਕਿਉਂਕਿ ਜਿਹੜਾ ਕੰਮ ਮਲਿਕ ਸਾਹਿਬ ਕਰ ਰਹੇ ਨੇ ਇਸ ਚੀਜ਼ ਨੂੰ ਅੱਗੇ ਵਧਾਇਆ ਜਾ ਸਕੇ। ਇਹ ਜਿਹੜੀਆਂ ਸਾਂਝਾਂ ਦੋਨਾਂ ਪੰਜਾਬਾਂ ਦੀਆਂ ਇਹ ਹੋਰ ਗੂੜੀਆਂ ਹੋਣ, ਤਾਂ ਕਿ ਪੰਜਾਬੀਅਤ ਵਧੇ ਫੁੱਲੇ। ਬਸ ਮੇਰੀ ਇਹੀ ਗੁਜ਼ਾਰਿਸ਼ ਹੈ ਕਿ ਇਹ ਪਿਆਰ ਮੁਹੱਬਤ ਬਣਿਆ ਰਵੇ ਔਰ ਬਣਾਈ ਰੱਖਿਓ। ਤੇ ਇਸੇ ਤਰ੍ਹਾਂ ਦੀ ਇਹ ਸਾਂਝ ਜਿਹੜਾ ਤੁਸੀਂ ਕਾਰਜ ਕਰ ਰਹੇ ਹੋ ਮਲਿਕ ਸਾਹਿਬ, ਔਰ ਸਾਡੇ ਹਰਵਿੰਦਰ ਵੀਰ ਜੀ ਨੇ HS, ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਇਸ ਗੱਲ ਲਈ। ਉਹਨਾਂ ਦੁਆਰਾ ਰਾਬਤਾ ਹੋਇਆ ਤਾਂ ਉਹਨਾਂ ਦਾ ਬਹੁਤ ਬਹੁਤ ਥੈਂਕਸ। ਤੇ ਚੰਗੇ ਗੀਤ ਸੁਣੋਗੇ ਤਾਂ ਸਾਡੇ ਵਰਗੇ ਵੀ ਗਾਉਂਦੇ ਰਹਿਣਗੇ, ਤੇ ਚੰਗਾ ਤੁਸੀਂ ਸੁਣਦੇ ਵੀ ਬਹੁਤ ਪਿਆਰ ਕਰਦੇ ਹੋ, ਸੋ ਚੰਗੇ ਗੀਤਾਂ ਨੂੰ ਪਿਆਰ ਕਰਦੇ ਰਹੋ ਜੀ। ਮੇਰੀ ਬਸ ਇਹੀ ਗੁਜ਼ਾਰਿਸ਼ ਹੈ, ਇਹੀ ਬੇਨਤੀ। ਤੇ ਇਹ ਸੁਣਨ ਵਾਲਿਆਂ ਵਾਸਤੇ ਵੀ ਕੁਝ ਕਹੋਗੇ ਜਿਹੜੇ ਸੁਣ ਰਹੇ ਨੇ ਦੁਨੀਆ ਭਰ ਚ ਪੰਜਾਬੀ, ਤੁਹਾਨੂੰ ਨਵੀਂ ਪੀੜ੍ਹੀ ਔਰ ਸਾਰੇ ਦੋਸਤ? ਬਿਲਕੁਲ ਜੀ ਬਿਲਕੁਲ, ਕਿਉਂ ਨਹੀਂ। ਮੈਂ ਤਾਂ ਉਹੀ ਵਾਰ-ਵਾਰ ਇਹੀ ਗੱਲ ਕਹਿੰਦਾ ਕਿ ਚੰਗਾ ਸੁਣੋ, ਹੋ ਸਕੇ ਤਾਂ ਕਿਤਾਬਾਂ ਵੀ ਕੋਈ ਨਾ ਕੋਈ ਪੜ੍ਹ ਲੈਣੀਆਂ ਚਾਹੀਦੀਆਂ ਜਦੋਂ ਫ੍ਰੀ ਟਾਈਮ ਹੈ। ਕਿ ਫੋਨ ਬਹੁਤ ਵੱਡੀ ਇੱਕ ਅੱਜ ਕੱਲ੍ਹ ਕਹਿੰਦੇ ਹੁੰਦੇ ਆ ਅਲਾਮਤ ਹੀ ਹੈ, ਬਿਮਾਰੀ ਹੈ। ਮੈਂ ਸਮਝੂਗਾ ਕਿ ਸਾਰਾ ਦਿਨ ਆਪਾਂ ਉਹਨੂੰ ਸਕਰੋਲ ਕਰਦੇ ਰਹਿੰਦੇ ਹਾਂ, ਅੱਗੇ ਦੀ ਅੱਗੇ ਫੇਸਬੁੱਕ ਹੋ ਗਈ, ਕਦੇ ਕੁਛ ਖੋਲ ਲਿਆ ਕਦੇ ਕੁਛ। ਉਹਦੀ ਜਗ੍ਹਾ ਜੇ 1 ਘੰਟਾ ਕਿਤਾਬ ਨੂੰ ਵੀ ਦਿੱਤਾ ਜਾਵੇ ਤਾਂ ਬਹੁਤ ਵਧੀਆ, ਬੰਦੇ ਦਾ ਮਨ ਸ਼ਾਂਤ ਰਹਿੰਦਾ। ਸੋ ਚੰਗੇ ਗੀਤ ਤੁਸੀਂ ਸੁਣਦੇ ਰਹੋ ਜੀ, ਅਸੀਂ ਗਾਉਂਦੇ ਰਵਾਂਗੇ, ਸਾਡਾ ਹੌਸਲਾ ਬਣਿਆ ਰਹੂਗਾ, ਤੁਹਾਡਾ ਪਿਆਰ ਬਣਿਆ ਰਵੇ। ਕਿਉਂਕਿ ਇੱਕ ਕਲਾਕਾਰ ਦਾ ਖਜ਼ਾਨਾ ਸਰੋਤਿਆਂ ਦਾ ਪਿਆਰ ਹੀ ਹੁੰਦਾ ਜੀ, ਸਭ ਕੁਛ। ਕਿਉਂਕਿ ਅਸੀਂ ਨੌਕਰੀਆਂ ਵੀ ਛੱਡੀਆਂ, ਹੋਰ ਕੰਮ ਵੀ ਹੋਰ ਕੋਈ ਕਰਨਾ ਹੀ ਨਹੀਂ ਆਉਂਦਾ ਗਾ, ਖੇਤੀ ਕਰਨੀ ਆਉਂਦੀ ਹੈ ਬਸ ਕੱਲੀ। ਤੇ ਉਹ ਵੀ ਹੁਣ ਸ਼ਹਿਰਾਂ ਚ ਆ ਗਏ ਆ, ਜ਼ਮੀਨਾਂ ਠੇਕੇ ਤੇ ਦਿੱਤੀ ਹੈ। ਤੇ ਇਸ ਕਰਕੇ ਕਹਿਣ ਤੋਂ ਮਤਲਬ ਇਹ ਕਿ ਚੰਗੇ ਗੀਤਾਂ ਨੂੰ ਪਿਆਰ ਕਰਦੇ ਰਹੋ। ਮਿਹਰਬਾਨੀ। ਬਹੁਤ ਸੋਹਣੀ ਤੁਸੀਂ ਸੁਨੇਹਾ ਦਿੱਤਾ ਜੀ ਸਾਰੇ ਦੋਸਤਾਂ ਨੂੰ। ਔਰ ਤੁਹਾਡਾ ਪੰਜਾਬੀਅਤ ਵਾਲਾ ਲਫ਼ਜ਼ ਜਿਹੜਾ ਹੈ ਉਹ ਤਾਰ ਸਿੰਘ ਸੋਹੀਆਂ ਨੂੰ ਬੜਾ ਪਸੰਦ ਆਇਆ। ਗੁਰਵਿੰਦਰ ਬਰਾੜ ਨੇ ਵੀ ਕਿਹਾ ਕਿ ਬੜਾ ਸੋਹਣਾ ਇਹਨਾਂ ਸੁਨੇਹਾ ਦਿੱਤਾ ਹੈ। ਅਸੀਂ ਸਮਝਦੇ ਹਾਂ ਤੁਹਾਡੀਆਂ ਗੱਲਾਂ ਜਿਹੜੀਆਂ ਨੇ ਯਕੀਨਨ ਲੋਕਾਂ ਦੇ ਦਿਲਾਂ 'ਤੇ ਅਸਰ ਕਰ ਰਹੀਆਂ ਨੇ, ਤੁਹਾਡੇ ਗੀਤ ਅਸਰ ਕਰ ਰਹੇ ਨੇ, ਔਰ ਉਹ ਵੇਲਾ ਬਦਲ ਰਿਹਾ ਹੈ। ਤੇ ਅਸੀਂ ਤੁਹਾਡਾ ਬਹੁਤ ਧੰਨਵਾਦੀ ਹਾਂ, ਤੁਸੀਂ ਇੰਨਾ ਵਕਤ ਦਿੱਤਾ ਸਾਨੂੰ,
ਔਰ ਅਸੀਂ ਟੈਕਨੋਲੋਜੀ ਦੇ ਪ੍ਰੋਬਲਮ ਦੇ ਬਾਵਜੂਦ ਕੱਲ ਤੇ ਅੱਜ ਰਲ ਕੇ ਆਪਣਾ ਸਿਨੇਹਾ ਬਣਾਉਣ 'ਚ ਕਾਮਯਾਬ ਹੋ ਗਏ ਹਾਂ। ਤੇ ਅਸੀਂ ਬਹੁਤ ਹੀ ਦੋਵਾਂ ਪੇਜਾਂ ਨੂੰ ਤੁਹਾਡਾ ਸ਼ੁਕਰੀਆ ਅਦਾ ਕਰਨੇ ਆ, ਧੰਨਵਾਦ ਕਰਨੇ ਆ। ਸੁਣਨ ਵਾਲਿਆਂ ਨੂੰ ਵੀ ਮੈਂ ਕਹਿੰਦਾ ਕਿ ਅੱਗੋਂ ਵੀ ਗੁਰਵਿੰਦਰ ਬਰਾੜ ਦੇ ਅਸੀਂ ਜਿਹੜਾ ਸਫ਼ਰ ਹੈ ਜਿਹੜਾ ਇਹਨਾਂ ਤੱਕ ਪਹੁੰਚੇ ਹਾਂ, ਅਸੀਂ ਅੱਗੇ ਵੀ ਤੁਹਾਨੂੰ ਇਸੇ ਤਰ੍ਹਾਂ ਦੇ ਸੱਜਣ ਮਿੱਤਰ ਮਿਲਾਉਂਦੇ ਰਵਾਂਗੇ ਤੇ ਤੁਸੀਂ ਪੰਜਾਬੀ ਕਾ ਤੇ ਕੀਰਤੀ ਕਲਮ ਲਾਈਕ ਕਰਦੇ ਰਹੋ, ਸਾਨੂੰ ਹੱਲਾਸ਼ੇਰੀ ਦੇਈ ਰੱਖੋ ਤਾਂ ਕਿ ਅਸੀਂ ਇਸ ਕੰਮ ਨੂੰ ਹੋਰ ਵਧਾਈਏ, ਜਿਹੜਾ ਸਾਡਾ ਇਕੱਲਿਆਂ ਦਾ ਨਹੀਂ, ਤੁਹਾਡਾ ਸਾਡਾ ਸਾਂਝ ਹੈ ਤੇ ਅਸੀਂ ਮੁਹੱਬਤ ਲਈ ਕੰਮ ਕਰ ਰਹੇ ਹਾਂ, ਜੁੜਨ ਲਈ ਕੰਮ ਕਰ ਰਹੇ ਹਾਂ। ਔਰ ਜਿਹੜੇ ਦੋਸਤ ਗੁਰਵਿੰਦਰ ਬਰਾੜ ਜਿਹੇ ਸਿੰਗਰ, ਏਡੇ ਵੱਡੇ ਆਰਟਿਸਟ ਵੀ ਇਸ ਮੰਚ ਤੇ ਆਉਂਦੇ ਨੇ, ਉਹਦਾ ਮਤਲਬ ਇਹ ਵੀ ਹੁੰਦਾ ਹੈ ਕਿ ਤੁਹਾਨੂੰ ਇਹ ਨਾਲ ਹੌਸਲਾ ਦੇਣ ਕਿ ਤੁਸੀਂ ਇਸ ਕਾਲ ਨਾਲ ਜੁੜੋ। ਔਰ ਇਹ ਸਾਡੇ ਰੋਲ ਮਾਡਲ ਨੇ, ਯਕੀਨਨ ਗੁਰਵਿੰਦਰ ਵੀਰ ਹਰੀ ਨਵੀਂ ਨਸਲ ਲਈ ਇੱਕ ਮਿਸਾਲ ਨੇ ਤੇ ਸਾਨੂੰ ਚਾਹੀਦਾ ਇਹਨਾਂ ਦੀ ਜ਼ਿੰਦਗੀ ਤੋਂ ਸਿੱਖੀਏ, ਇਹਨਾਂ ਦੇ ਗੀਤਾਂ ਤੋਂ ਸਿੱਖੀਏ, ਇਹਨਾਂ ਦੇ ਕਲਾਮ ਤੋਂ ਸਿੱਖੀਏ ਤੇ ਇਹਦੇ ਨਾਲ ਹੀ ਆਪਣੇ ਮਜਮਾਨ ਆਜ਼ਮ ਮਲਕ ਨੂੰ ਇਜਾਜ਼ਤ ਦਿਓ। ਅੱਲਾ ਬੇਲੀ ਰੱਬ ਰੱਖ।